ਦੋਹਰਾ। ਸ੍ਰੀ ਗੁਰ ਚਰਨ ਤਰੋਵਰੰ ਸੀਤਲ ਸੁੰਦਰ ਛਾਇ। ਮਿਰਗ ਮਨ ਵਿਛ ਜਤ ਤਪ ਤਪਿਓ ਹਵੈ ਸੁਖ ਤਹਾਂ ਟਿਕਾਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ 56 ਪ੍ਰਸੰਗ ਸਰਵਣ ਕੀਤੇ ਹਨ। ਰਾਜਾ ਕਮਲ ਨੈਣ ਦਾ ਉਧਾਰ ਕੀਤਾ ਹੈ ਗੁਰਾਂ ਨੇ। ਸੋ ਉਸ ਨੂੰ ਪਿਛਲਾ ਜਨਮ ਦੱਸਿਆ ਕਿ ਸਭਾ ਚੰਦ ਤੇਰਾ ਨਾਮ ਸੀ, ਜਨਕ ਰਾਜੇ ਵੇਲੇ ਤੂੰ ਸੇਵਾ ਕਰਦਾ ਸੀ। ਰਾਜੇ ਨੇ ਪਾਣੀ ਮੰਗਵਾਇਆ ਠੰਡਾ ਪਹਾੜਾਂ ਵਿੱਚੋਂ। ਇਹ ਜਦੋਂ ਲੈਣ ਵਾਸਤੇ ਗਿਆ ਤਾਂ ਫੁਰਨਾ ਆ ਗਿਆ, ਜੇ ਮੈਂ ਵੀ ਰਾਜਾ ਹੁੰਦਾ ਮੈਂ ਵੀ ਇਸ ਤਰ੍ਹਾਂ ਹੀ ਹੁਕਮ ਕਰਕੇ ਪਾਣੀ ਮੰਗਵਾਉਂਦਾ, ਹੋਰ ਕੰਮ ਕਰਵਾਉਂਦਾ। ਜਨਕ ਰਾਜੇ ਨੇ ਆਉਂਦਿਆਂ ਫੁਰਨਾ ਦੱਸ ਦਿੱਤਾ। ਇਹਨੇ ਕਿਹਾ ਕਿ ਮੈਂ ਤਾਂ ਬ੍ਰਹਮ ਗਿਆਨ ਲੈਣ ਆਇਆ ਸੀ, ਪਰ ਇਹ ਹੋਰ ਹੀ ਗੱਲ ਬਣ ਗਈ, ਸੰਕਲਪ ਬਣ ਗਿਆ ਰਾਜ ਦਾ। ਰਾਜਾ ਜਨਕ ਜੀ ਕਹਿਣ ਲੱਗੇ ਕੋਈ ਬਾਤ ਨਹੀਂ, ਕਲਯੁਗ ਆਵੇਗਾ, ਉਹਦੇ ਵਿੱਚ ਪਰਮੇਸ਼ਰ ਆਪ ਆਉਣਗੇ ਅਵਤਾਰ ਧਾਰ ਕੇ, ਗੁਰੂ ਨਾਨਕ ਦੇਵ ਜੀ। ਉਹਨਾਂ ਨੇ ਆ ਕੇ ਤੈਨੂੰ ਬ੍ਰਹਮ ਗਿਆਨ ਬਖਸ਼ਣਾ। ਸੋ ਇਸ ਤਰ੍ਹਾਂ ਪਿਛਲੀ ਵਾਰਤਾਲਾਪ ਸੁਣੀ। 17 ਰਾਜਿਆਂ ਦੇ ਉੱਤੋਂ ਦੀ ਰਾਜਾ ਸੀ ਇਹ। ਗੁਰਾਂ ਨੇ ਉਹ 17 ਰਾਜਿਆਂ ਦਾ ਰਾਜ ਰਾਜੇ ਸੁਦਰਸੈਨ ਨੂੰ ਬਖਸ਼ ਕੇ ਇਹਦੇ ਤੇ ਕਿਰਪਾ ਕਰ ਦਿੱਤੀ, ਬ੍ਰਹਮ ਗਿਆਨ ਦੀ ਦਾਤ ਦਿੱਤੀ। ਕਹਿਣ ਲੱਗਿਆ ਹੁਣ ਮੈਂ ਰਾਜ ਨਹੀਂ ਕਰਨਾ, ਤੁਹਾਡੇ ਨਾਲ ਹੀ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਅਸੀਂ ਕਿਤੇ ਦੂਰ ਨਹੀਂ ਹਾਂ, ਅਸੀਂ ਤਾਂ ਹਾਜ਼ਰ ਨਾਜ਼ਰ ਹਾਂ, ਜਦੋਂ ਜੀ ਕਰੇ ਯਾਦ ਕਰ ਲਈ, ਤੇਰੇ ਕੋਲ ਹੀ ਹਾਂ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਕਾਫੀ ਸਮਾਂ ਰਹਿਣ ਤੋਂ ਬਾਅਦ ਚੱਲੇ ਨੇ। ਭਾਈ ਮਰਦਾਨਾ ਜੀ ਦਾ ਵੀ ਕੰਮ ਬਹੁਤ ਵਧੀਆ ਬਣਿਆ। ਕਹਿੰਦੇ ਚੰਗਾ ਭੋਜਨ ਛਕਦਿਆਂ ਹੋਇਆਂ ਅੱਛੇ ਰਿਸ਼ਟ ਪੁਸ਼ਟ ਹੋ ਗਏ, ਸਰੀਰ ਭਾਰਾ ਹੋ ਗਿਆ ਥੋੜ੍ਹਾ ਜਿਹਾ, ਪਰ ਬਹੁਤ ਖੁਸ਼ ਹੈ ਕਿ ਸਤਿਗੁਰੂ ਮਹਾਰਾਜ ਨੇ ਇਸ ਵਾਰੀ ਤੇ ਬੜਾ ਅੱਛਾ ਭੋਜਨ ਛਕਾਇਆ ਹੈ। ਆਓ ਸਰਵਣ ਕਰਦੇ ਹਾਂ 57ਵਾਂ ਪ੍ਰਸੰਗ। ਸਤਿਗੁਰੂ ਮਹਾਰਾਜ ਜਿਵੇਂ ਅੱਗੇ ਬਖਸ਼ਿਸ਼ ਕਰਨਗੇ। ਸਤਿਗੁਰੂ ਮਹਾਰਾਜ ਦਾ ਪਾਵਨ ਪ੍ਰਸੰਗ ਅੱਜ ਦਾ ਪਵਿੱਤਰ ਪ੍ਰਸੰਗ ਮੱਕੇ ਦਾ ਹੈ। ਜਿਵੇਂ ਮੱਕੇ ਜਾ ਕੇ ਸਤਿਗੁਰਾਂ ਨੇ ਕੌਤਕ ਵਰਤਾਏ ਨੇ, ਸਰਵਣ ਕਰਾਂਗੇ ਪਿਆਰ ਨਾਲ। ਸਰਵਣ ਕਰੀਏ, ਰਸਨਾ ਨੂੰ ਕਰੋ ਪਵਿੱਤਰ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ। ਦੋਹਰਾ। ਸ੍ਰੀ ਗੁਰ ਚਰਨ ਤਰੋਵਰੰ ਸੀਤਲ ਸੁੰਦਰ ਛਾਇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਜਿਹੜੇ ਚਰਨ ਹਨ ਉਹ ਕਲਪ ਬ੍ਰਿਛ ਹੁੰਦਾ ਜਿਹੜਾ, ਉਹਦੇ ਵਰਗੇ ਨੇ। ਸੋ ਜਿਨ੍ਹਾਂ ਦੀ ਛਾਇਆ ਬਹੁਤ ਹੀ ਠੰਡੀ ਅਤੇ ਸੋਹਣੀ ਹੈ। ਮਿਰਗ ਮਨ ਵਿਛਿਆ ਤਪ ਤਪਿਓ ਹਵੈ ਸੁਖ ਤਹਾਂ ਟਿਕਾਏ। ਵਿਸ਼ੇ ਰੂਪੀ ਧੁੱਪ ਨਾਲ ਤਪਿਆ ਹੋਇਆ ਮਿਰਗ ਰੂਪੀ ਮਨ ਜੇ ਉੱਥੇ ਗੁਰਾਂ ਦੇ ਚਰਨਾਂ ਦੀ ਛਾਵੇਂ ਟਿਕ ਜਾਵੇ ਤਾਂ ਇਹ ਮਨ ਸੁਖੀ ਹੋ ਜਾਂਦਾ ਹੈ। ਜੋ ਪਈ ਸੁਨਹੁ ਗੁਰੂ ਅੰਗਦ ਜੀ ਕਥਾ। ਭਾਈ ਬਾਲਾ ਜੀ ਅੱਗੇ ਸੁਣਾ ਰਹੇ ਨੇ ਸ੍ਰੀ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਦੇਵ ਜੀ ਨੂੰ ਇਹ ਕਥਾ। ਕਹੇ ਗੁਰੂ ਅੰਗਦ ਦੇਵ ਜੀ ਹੁਣ ਅੱਗੇ ਕਥਾ ਹੋਰ ਸੁਣੋ ਜੀ। ਭਈ ਜਥਾ ਉਚਰੋਂ ਪੁਨ ਤਥਾ। ਜਿਵੇਂ ਜਿਵੇਂ ਮਹਾਰਾਜ ਜੀ ਹੋਈ ਹੈ ਕਥਾ ਉਸੇ ਪ੍ਰਕਾਰ ਹੀ ਮੈਂ ਉਚਾਰਦਾ।
ਕਵਲ ਨੈਣ ਕੋ ਦੀਨੋ ਗਿਆਨਾ। ਮਹਾਰਾਜ ਜੀ ਨੇ ਰਾਜੇ ਕਮਲ ਨੈਣ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਤਮ ਅੰਤਰ ਵਹਿਰ ਦਿਖਾਨਾ। ਉਹ ਜੋ ਅੰਤਰਾਤਮੇ ਸੀ ਪ੍ਰਕਾਸ਼, ਉਹ ਬਾਹਰ ਵੀ ਦਿਖਾਤਾ, ਅੰਦਰ ਵੀ ਦਿਖਾ ਦਿੱਤਾ ਹੈ। ਜਯੋ ਆਕਾਸ਼ ਪੂਰਨ ਸਭ ਥਾਈ। ਇਸ ਤਰ੍ਹਾਂ ਦਿਖਾਇਆ ਬ੍ਰਹਮ ਜਿਵੇਂ ਆਕਾਸ਼ ਸਾਰੇ ਥਾਵਾਂ ਦੇ ਉੱਤੇ ਵਿਆਪਕ ਹੁੰਦਾ। ਅਸ ਦਿਖਾਏ ਕਰ ਚਲੇ ਗੁਸਾਈ। ਇਸ ਤਰ੍ਹਾਂ ਦਿਖਾ ਕਰਕੇ ਗੁਸਾਈ ਮਾਲਕ ਜੀ ਅੱਗੇ ਚੱਲੇ ਹਨ। ਮੰਦ ਮੰਦ ਮਗ ਸੁੰਦਰ ਚਾਲੀ। ਹੌਲੀ ਹੌਲੀ ਸੋਹਣੇ ਰਸਤੇ ਉੱਤੇ ਸੋਹਣੀ ਚਾਲ ਚੱਲ ਰਹੇ ਨੇ। ਚਲੇ ਜਾਤ ਗਤ ਦੇ ਜੋ ਸੁਖਾਲੀ। ਚਲੇ ਜਾ ਰਹੇ ਨੇ ਜੋ ਸੁਖੱਲੀ ਹੀ ਮੁਕਤੀ ਦੇ ਦਿੰਦੇ ਨੇ, ਜਿੱਥੇ ਕੋਈ ਬਹੁਤਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਂਦੀ, ਬਹੁਤ ਕਿਰਪਾ ਕਰਦੇ ਹਨ। ਪੰਥ ਵਿਖਾ ਬੋਲਿਓ ਮਰਦਾਨਾ। ਰਸਤੇ ਵਿੱਚ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਹੈ। ਇਥੋਂ ਰਾਜਨ ਰਾਜ ਮਹਾਨਾ। ਮਹਾਰਾਜ ਸੱਚੇ ਪਾਤਸ਼ਾਹ, ਇਹ ਬੜਾ ਸੋਹਣਾ ਰਾਜ ਸੀ। ਦੇਖੋ ਕਿੰਨਾ ਵਧੀਆ ਰਾਜਾ ਸੀ, ਕਿੰਨਾ ਵਧੀਆ ਪਰਜਾ ਦਾ ਸਾਰਾ ਉੱਥੇ ਸੋਹਣਾ ਹੀ ਸੋਹਣਾ ਸੀ ਸਭ ਕੁਝ। ਜਾਏ ਪਾਸ ਅਹਚਰਜ ਵਿਸਾਲਾ। ਜਿਹਦੇ ਕੋਲ ਐਸ਼ਵਰਜ ਤੋਂ ਭਾਵ ਹੁੰਦਾ ਐਸ਼ੋ ਰਾਮ ਬੜਾ ਹੀ ਸੁੰਦਰ ਸੀ। ਮਨ ਹੈ ਆਨ ਸਰਬ ਭੂਪਾਲਾ। ਇਹਦੀ ਫਿਰ ਈਨ ਵੀ ਸਾਰੇ ਰਾਜੇ ਹੀ ਮੰਨਦੇ ਹਨ। ਅਹੇ 18 ਟਾਪੂ ਜੇਤੇ। 18 ਕੁੱਲ ਟਾਪੂ ਜਿੰਨੇ ਹਨ, ਜਨ ਮਹਾਰਾਜ ਕਰਹਿ ਨਿਰਪਤੇਤੇ। ਉਹਨਾਂ ਦੇ ਵਿੱਚ ਰਾਜੇ ਰਾਜ ਕਰਦੇ ਹਨ। ਸਭ ਹਨ ਕੇ ਮੋਜਾ ਨਾਮ ਸੁਣਾਵੋ। ਮਹਾਰਾਜ ਜੀ ਮੈਨੂੰ ਕਿਰਪਾ ਕਰਕੇ ਤੁਰੇ ਤੁਰੇ ਜਾਂਦੇ ਸਾਰਿਆਂ ਟਾਪੂਆਂ ਤੇ ਜਿੰਨੇ ਰਾਜੇ ਰਾਜ ਕਰਦੇ ਨੇ ਉਹਨਾਂ ਦਾ ਨਾਮ ਵੀ ਸੁਣਾਓ। ਕਿਹੜੇ ਕਿਹੜੇ ਰਾਜੇ ਆ, ਕਿਹੋ ਜਿਹਾ ਰਾਜ ਹੈ, ਮੈਂ ਨਾਲ ਸੁਣਾਂਗਾ। ਦੇਸ ਅਪਾਰ ਚੱਲ ਬਹੁਰ ਦਿਖਾਵੋ। ਫਿਰ ਹੋਰ ਕਿਰਪਾ ਕਰਕੇ ਦੇਸ਼ ਦਿਖਾਓ ਜੀ। ਸੁਣ ਕਰ ਬੋਲੇ ਦੀਨ ਦਿਆਲਾ। ਸੁਣ ਕੇ ਗਰੀਬਾਂ ਤੇ ਦਇਆ ਕਰਨ ਵਾਲੇ ਗੁਰੂ ਸਾਹਿਬ ਜੀ ਬੋਲੇ। ਪ੍ਰਥਮ ਤੋ ਚਖ ਕੌਲ ਵਿਸਾਲਾ। ਪਹਿਲਾਂ ਤਾਂ ਤੂੰ ਦੇਖ ਹੀ ਲਿਆ, ਹੁਣ ਇਹ ਚਲੋ ਇੱਥੋਂ ਹੀ ਸ਼ੁਰੂ ਕਰਦੇ ਆ। ਚਖ ਹੁੰਦੇ ਨੇਤਰ, ਨੇਤਰ ਤੋਂ ਲੈਣਾ ਨੈਣ, ਕੌਲ ਹੁੰਦਾ ਕਮਲ, ਕਮਲ ਨੈਣ ਰਾਜਾ ਤਾਂ ਦੇਖ ਹੀ ਲਿਆ ਹੈ। ਹੁਣ ਸੁਦਰਸੈਨ ਅਬ ਸਭ ਸਿਰ ਮੋਰਾ। ਹੁਣ ਇਹਨਾਂ ਦਾ ਜਿਹੜਾ ਸਾਰਿਆਂ ਨਾਲੋਂ ਵੱਡਾ ਹੈ ਉਹ ਸੁਦਰਸੈਨ ਰਾਜਾ ਹੈ ਸ਼੍ਰੋਮਣੀ। ਆਪ ਦੀਨ ਹਮ ਨ ਇਹ ਠੌਰਾ। ਆਪ ਦਿੱਤਾ ਹੈ ਇਸ ਥਾਂ ਦੇ ਉੱਤੇ ਅਸੀਂ ਇਹਨੂੰ ਤੇ ਉਹਨੂੰ ਦੋਨਾਂ ਨੂੰ। ਸੁਨੋ 18 ਨਾਮ ਉਜਾਗਰ। ਜਿਹੜੇ ਉਜਾਗਰ ਪ੍ਰਗਟ ਹੀ 18 ਨਾਮ ਨੇ ਰਾਜਿਆਂ ਦੇ, ਉਹ ਸੁਣਨਾ ਕਰੋ। ਸੁਦਰਸੈਨ ਅਟਕਾ ਸੁਖ ਸਾਗਰ। ਸੋ ਸੁਦਰਸੈਨ ਜਿਹੜਾ ਹੈ ਅਟਕਾ ਸੁਖ ਸਾਗਰ ਦੇ ਵਿੱਚ। ਮੁਦਰ ਬੈਨ ਪੁਨ ਸਾਗਰ ਸੈਨਾ। ਸੋ ਇਹ ਸੁਖ ਸਾਗਰ ਜਿਹੜਾ ਹੈ ਇਸੇ ਪ੍ਰਕਾਰ ਅਟਕਾ ਮਧੁਰ ਬੈਨ ਜਿਹੜਾ ਰਾਜਾ, ਫਿਰ ਸਾਗਰ ਸੈਨਾ, ਇੱਧਰ ਸਾਰੇ ਐਸੇ ਹੀ ਨਾਂ ਹੁੰਦੇ ਹਨ। ਨੈਣ ਜੋਤ ਜਨਹੁ ਸੁਖ ਚੈਨਾ। ਨੈਣ ਜੋਤ ਸੁਖ ਚੈਨ ਰਾਜਾ। ਮਗਨ ਰਾਏ ਅਸਰਾ ਪਨਾਹ ਪੁਨ। ਸੋ ਮਗਨ ਰਾਏ ਹੈ, ਅਸਰਾ ਹੈ, ਪਨਾਹ ਫੇਰ। ਸੁਧ ਬਵੇਕੂ ਤੁਰਤ ਰੰਗ ਸੁਨ। ਹੁਣ ਇਸ ਪ੍ਰਕਾਰ ਜਿਹਨੂੰ ਬਹੁਤ ਭਾਰੀ ਸੁਧ ਹੈ, ਗਿਆਨ ਹੈ, ਤੁਰਤ ਰੰਗ ਸਨ, ਇਹ ਸਾਰੇ ਸੁਣੋ, ਸੋਹਣੇ ਨਾਮ ਹਨ। ਬਾਲ ਸਿੰਘ ਸੰਭਾਲਕ ਬਹੁਤ ਦੁਖ। ਬਾਲ ਸਿੰਘ ਰਾਜਾ ਹੈ, ਸੋ ਬਹੁਤ ਦੁੱਖ ਤੋਂ ਭਾਵ ਬਹੁਤ ਸੁਖੀ ਹੈ, ਜੋ ਬੜਾ ਹੀ ਦੁੱਖਾਂ ਨੂੰ ਨਾਸ਼ ਕਰਨ ਵਾਲਾ ਰਾਜਾ ਹੈ ਉਹ। ਲੈ ਲਾਲ ਐਨ ਪੁਨ ਰਾਏ ਐਨ ਲਖ। ਫਿਰ ਲਾਲ ਐਨ ਹੈ, ਫਿਰ ਰਾਏ ਐਨ ਹੈ ਰਾਜਾ। ਕੌਲ ਨੈਣ ਤੇ ਆਦ 18। ਕੌਲ ਨੈਣ ਆਦਿਕ ਤੋਂ ਲੈ ਕੇ 18 ਰਾਜੇ ਹਨ ਕੁੱਲ। ਕਰਤ ਰਾਜ ਸਭ ਸਿੰਧ ਮਝਾਰਾ। ਇਹ ਸਾਰੇ ਰਾਜ ਇਸ ਸਿੰਧ ਦੇ ਵਿੱਚ ਰਾਜ ਕਰਦੇ ਹਨ। ਗੂਜਨ ਕੀਨ ਬਹੁਰ ਮਰਦਾਨੇ। ਫਿਰ ਮਰਦਾਨੇ ਭਾਈ ਨੇ ਪੁੱਛਿਆ, ਤੂੰ ਤੋ ਮਿਲੇ ਥੋਰ ਨਿਰਪਥਾਨੇ। ਪਰ ਆਪ ਜੀ ਤਾਂ ਥੋੜਿਆਂ ਥਾਵਾਂ ਤੇ ਗਏ ਹੋ ਰਾਜਿਆਂ ਕੋਲੇ ਜੀ। ਅਪਰ ਨਿਰੇਸ਼ ਜੇ ਸਾਗਰ ਮਾਹੀ। ਹੋਰ ਜਿਹੜੇ ਰਾਜੇ ਨੇ ਸਮੁੰਦਰੀ ਇਲਾਕੇ ਵਿੱਚ ਟਾਪੂ ਨੇ ਜਿੱਥੇ, ਤਨੋਂ ਬਲੋਕਹ ਕਹਿੰਦੋ ਨਹੀਂ। ਉਹਨਾਂ ਨੂੰ ਆਪਾਂ ਦੇਖਣ ਜਾਣਾ ਹੈ ਕਿ ਨਹੀਂ। ਜਹ ਜਹ ਜਾਵਣ ਰਾਵ ਰਕੀਨੇ। ਜਿੱਥੇ ਜਿੱਥੇ ਆਪ ਨੇ ਜਾਣਾ ਕੀਤਾ ਹੈ ਤੈ ਤੈ ਸਭ ਹੈ ਨਾ ਗੁਰਮਤਿ ਦੀਨੇ। ਉਹ ਉਹਨਾਂ ਰਾਜਿਆਂ ਨੂੰ ਤੁਸੀਂ ਸਾਰਿਆਂ ਨੂੰ ਗੁਰਮਤਿ ਦੀ ਦਾਤ ਬਖਸ਼ੀ ਹੈ। ਗੁਰੂ ਕਹੈ ਅਬ ਹਮ ਨਾ ਪਧਾਰੈ। ਮਹਾਰਾਜ ਕਹਿੰਦੇ ਬਸ ਇੰਨਾ ਹੀ ਸੀ ਜਿੰਨਾ ਪਿਛਲਾ ਹਿਸਾਬ ਸੀ, ਜਿਨ੍ਹਾਂ ਨਾਲ ਸਾਡਾ ਉਹਨਿਆਂ ਕੁ ਨੂੰ ਆਪਾਂ ਦੇਖੋ ਗੁਰਮਤਿ ਵਿੱਚ ਲਾ ਦਿੱਤਾ ਹੈ। ਕਈਆਂ ਨੂੰ ਪਿੱਛੇ
ਮਿਲੇ ਹੋਏ ਸੀ ਵਾਰ, ਕਿਸੇ ਨੂੰ ਸ਼ਰਾਬ, ਉਹ ਸਭ ਠੀਕ ਕੀਤੇ ਆ। ਇੰਨਿਆਂ ਕੁ ਦਾ ਹੀ ਸੀ ਆਪਣੇ ਨਾਲ ਹਿਸਾਬ, ਅਸੀਂ ਹੋਰ ਥਾਂ ਤੇ ਨਹੀਂ ਜਾਣਾ। ਸਹਿਜੇ ਪ੍ਰਗਟੈ ਸਿੱਖੀ ਸਾਰੈ। ਬਾਕੀ ਤੈਨੂੰ ਇਹ ਦੱਸ ਦਈਏ ਮਰਦਾਨਿਆਂ, ਸਿੱਖੀ ਸਾਰੇ ਆਪੇ ਹੀ ਹੌਲੀ ਹੌਲੀ ਪ੍ਰਗਟ ਹੋ ਜਾਣੀ, ਕਿਉਂਕਿ ਸੁਦਰਸੈਨ, ਕਮਲ ਨੈਣ ਹੀ ਵੱਡੇ ਰਾਜੇ ਆ। ਇਹਨਾਂ ਤੋਂ ਅੱਗੇ ਬਾਕੀ ਸਾਰਿਆਂ ਵਿੱਚ ਆਪੇ ਹੀ ਫੈਲ ਜਾਣੀ ਹੈ। ਜਿੱਤੀ ਥਾਏ ਹਮ ਭਗਤ ਵਿਸਾਰੀ। ਜਿੰਨਿਆਂ ਥਾਵਾਂ ਤੇ ਅਸੀਂ ਭਗਤੀ ਦਾ ਇਹ ਵਿਸਥਾਰ ਕੀਤਾ, ਫੈਲਾਈ ਹੈ, ਤੈਂ ਤੇ ਅਪਰ ਲੇਹ ਉਰ ਧਾਰੀ। ਉੱਥੋਂ ਹੀ ਹੋਰ ਰਾਜੇ ਵੀ ਧਾਰਨ ਕਰ ਲੈਣਗੇ, ਆਪੇ ਹੀ ਸੁਧਰ ਜਾਣਾ ਹੈ। ਚੱਲ ਅਬ ਤੁਝੇ ਸੁਮੇਰ ਦਿਖਾਵੇਂ। ਚੱਲ ਹੁਣ ਤੈਨੂੰ ਸੁਮੇਰ ਪਰਬਤ ਦਿਖਾਈਏ। ਸਰਬ ਸਿੱਧ ਜਹ ਜੋਗ ਕਮਾਵੇ। ਸਾਰੇ ਸਿੱਧ ਜਿੱਥੇ ਜੋਗ ਕਮਾਉਂਦੇ ਹਨ, ਔਰ ਪੁਰਖ ਬਹੁ ਰਹਿ ਮਹਾਨਾ। ਹੋਰ ਬੜੇ ਮਹਾਨ ਪੁਰਖ ਜਿੱਥੇ ਰਹਿੰਦੇ ਹਨ। ਜਿਨ ਪ੍ਰਾ ਭਗਤ ਕਰੀ ਸੁਖ ਖਾਨਾ। ਸੋ ਜਿਨ੍ਹਾਂ ਨੇ ਸੁੱਖਾਂ ਦੀ ਖਾਣ ਪਰਮੇਸ਼ਰ ਦੀ ਭਗਤੀ ਕੀਤੀ ਹੈ। ਸੁਨ ਸਮੇਰ ਜਾਵਨ ਨਿਜ ਕਾਨਾ। ਸੋ ਸੁਣ ਕੇ ਸਮੇਰ ਪਰਬਤ ਤੇ ਆਪਣੇ ਕੰਨ ਵਿੱਚ ਸੁਣ ਕੇ ਹੱਥ ਬੰਦ ਬੋਲਿਓ ਮਰਦਾਨਾ। ਹੱਥ ਬੰਨ ਕੇ ਭਾਈ ਮਰਦਾਨਾ ਬੋਲੇ, ਮੱਕਾ ਬਹਰ ਮਦੀਨਾ ਦੋਨੋਂ। ਮਹਾਰਾਜ ਮੇਰੀ ਇੱਛਾ ਮੱਕਾ ਵੀ ਚੱਲੀਏ, ਮਦੀਨੇ ਵੀ ਜਾ ਕੇ ਆਈਏ। ਕੀਤੀ ਵੇਰ ਸੁਨੇ ਮੈਂ ਸੁਣੋ। ਕਿਉਂ ਮੈਂ ਕੰਨਾਂ 'ਚ ਬਹੁਤ ਵਾਰੀ ਸੁਣਿਆ ਕਿ ਲੋਕੀ ਮੱਕੇ ਜਾਂਦੇ, ਮਦੀਨੇ ਜਾਂਦੇ ਨੇ। ਤੁਰਕ ਤਰੀਫਾ ਕਰ ਤਜਹ ਪੂਰੀ। ਤੁਰਕ ਲੋਕ ਜਿੱਥੇ ਦੀ ਬਹੁਤ ਉਸਤਤੀ ਕਰਦੇ ਹਨ। ਤਾਕੀ ਬੰਤ ਬਤਾਵਤ ਰੂਰੀ। ਕਹਿੰਦੇ ਵੀ ਬੜਾ ਹੀ ਸੋਹਣਾ ਬਣਿਆ ਹੋਇਆ ਆ, ਫਿਰ ਆਪਾਂ ਉੱਥੇ ਕਿਉਂ ਨਾ ਚੱਲੀਏ। ਰਹਿ ਸੋ ਹਮ ਤੇ ਕਹਿ ਦਸ ਮਾਹੀ। ਮਹਾਰਾਜ ਜੀ ਇਹ ਮੱਕਾ ਮਦੀਨਾ ਆਪਣੇ ਤੋਂ ਕਿਹੜੇ ਪਾਸੇ ਆ, ਜੇ ਨਿਕਲ ਹੀ ਆ ਘਰੋਂ ਫਿਰ ਜਾ ਹੀ ਆਉਣੇ ਉੱਥੇ। ਜਿਦੇ ਵਿਸੇਖ ਬਲੋਕਨ ਚਾਹੀ। ਕਿਉਂਕਿ ਮੇਰੀ ਜਿਹੜੀ ਹੈ ਭਾਵਨਾ, ਮਰਦਾਨੇ ਦੇ ਦਿਲ ਦੀ ਅਸਲੀ ਭਾਵਨਾ ਸਮਝਣ ਲਈ ਸੋ ਪਹਿਲਾਂ ਦੱਸ ਆਏ ਹਨ। ਇਸ ਤਰੀਕੇ ਨਾਲ ਅੱਗੇ ਵੀ ਪੂਰ ਵੱਧਦਾ ਹੈ। ਇਹ 57ਵਾਂ ਅਧਿਆਇ ਚੱਲਦਾ, 59ਵਾਂ ਅਧਿਆਇ ਅੱਗੇ ਅੰਕ 8 ਤੇ ਜਾ ਕੇ ਭਾਈ ਮਰਦਾਨੇ ਦੀ ਅਸਲੀ ਭਾਵਨਾ ਦੱਸਣਗੇ। ਫਿਰ ਸਰਬ ਭਾਂਤ ਸਮਰੱਥ ਸੁਜਾਨਾ। ਸਾਰਿਆਂ ਤਰੀਕਿਆਂ ਦੇ ਨਾਲ ਆਪ ਸਰਬ ਕਲਾ ਸਮਰੱਥ ਹੋ ਜੀ। ਪੂਰਨ ਇੱਛਾ ਕਰੋ ਮਹਾਨਾ। ਪਰ ਮੇਰੀ ਜਿਹੜੀ ਇੱਛਾ ਦੇਖਣ ਦੀ ਹੁੰਦੀ ਹੈ ਨਾ, ਉਹ ਜ਼ਰੂਰ ਪੂਰੀ ਕਰੋ। ਸ੍ਰੀ ਪ੍ਰਭ ਜੀ ਜਿਹਠਾ ਤੁਮ ਚਾਹੋ। ਸੱਚੇ ਪਾਤਸ਼ਾਹ ਮੈਨੂੰ ਇੰਨਾ ਪਤਾ, ਜਿੱਥੇ ਤੁਸੀਂ ਚਾਹੋ ਬਿਲਾ ਬਿਲਮ ਛਿਨ ਮਹਿ ਤਹ ਜਾਹੋ। ਬਿਨਾਂ ਦੇਰੀ ਤੋਂ ਇੱਕ ਛਿਨ ਦੇ ਵਿੱਚ ਹੀ ਤੁਸੀਂ ਚਲੇ ਜਾਣਾ। ਮਹਾਰਾਜ ਤੁਸੀਂ ਲੈ ਕੇ ਚੱਲੋ ਮੈਨੂੰ। ਸੁਣ ਕਰ ਬੋਲੇ ਸ੍ਰੀ ਗੁਰ ਪੂਰੇ। ਸੁਣ ਕੇ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਬੋਲੇ ਇਸ ਤਰ੍ਹਾਂ, ਹਮ ਤੇ ਰਹਿਓ ਅਧਿਕ ਸੋ ਦੂਰੇ। ਭਾਈ ਮਰਦਾਨਾ ਮੱਕਾ ਕਿਤੇ ਨੇੜੇ ਨਹੀਂ ਹੈ, ਬਹੁਤ ਜ਼ਿਆਦਾ ਦੂਰ ਹੈ ਇੱਥੋਂ। ਕਿਤੇ ਬਰਖ ਮਾਰਗ ਕੇ ਮਾਹੀ। ਉੱਥੇ ਤਾਂ ਸਾਲ 1.5 ਸਾਲ ਲੱਗ ਜਾਣਾ ਜਾਂਦਿਆਂ ਜਾਂਦਿਆਂ ਨੂੰ। ਚਲਤ ਬਦੀਤਾ ਪਹੁੰਚੈ ਤਾਹੀ। ਸੋ ਫਿਰ ਚਲਦਿਆਂ ਬਹੁਤ ਜ਼ਿਆਦਾ ਦੂਰ ਦਾ ਰਸਤਾ ਹੈ ਇੱਥੋਂ। ਸੁਣ ਕਰ ਮਰਦਾਨੇ ਕਰ ਬੰਦੇ। ਸੁਣ ਕੇ ਭਾਈ ਮਰਦਾਨੇ ਨੇ ਦੋਵੇਂ ਹੱਥ ਜੋੜੇ। ਕਹਿਣ ਲੱਗਿਓ ਹੇ ਪ੍ਰਭੂ ਮੁਕੰਦੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਹੈ ਮੁਕਤੀ ਦੇ ਦਾਤਾ, ਕਿਤੇ ਬਰਖ ਕੋ ਗੈਲ ਬਤਾਵਾ। ਸੋ ਕਿੰਨੇ ਬਰਖ ਹੀ ਤੁਹਾਡੇ ਨਾਲ ਬਤੀਤ ਹੋਏ ਨੇ। ਤਹ ਤੁਮਾ ਨਿਮਕ ਵਿਖੈ ਚੱਲ ਜਾਵਾ। ਹੁਣ ਤੁਸੀਂ ਮੈਨੂੰ ਟਾਲਦੇ ਹੋ ਜਾਂ ਇਉਂ ਕਹਿੰਦੇ ਬੜੀ ਦੂਰ ਹੈ ਮਰਦਾਨਿਆ, ਆਪਾਂ ਤਾਂ ਅੱਖਾਂ ਬੰਦ ਕਰਕੇ ਪਹੁੰਚ ਜਾਂਦੇ ਹੁੰਦੇ ਆ। ਤੁਸੀਂ ਮੈਨੂੰ ਛਡਾਉਣ ਵੀ ਆਏ ਸੀ, ਕੌਡੇ ਰਾਖਸ਼ ਅੱਖਾਂ ਬੰਦ ਕਰਦੇ ਹੀ ਪਹੁੰਚ ਗਏ ਸੀ। ਤੁਸੀਂ ਤਾਂ ਮਹਾਰਾਜ ਜੀ ਛਿੰਚ ਪਹੁੰਚ ਜਾਂਦੇ ਹੋ। ਇਹ ਫਿਰ ਸਾਲਾਂ ਦੀ ਗੱਲ ਕਿਉਂ ਕਰਦੇ ਹੋ। ਪ੍ਰਭ ਜੀ ਕੀਜੈ ਨਹੀਂ ਬੁਲਾਓ। ਮਹਾਰਾਜ ਜੀ ਹੁਣ ਇਉਂ ਨਾ ਟਾਲਾ ਨਾ ਮਾਰੋ ਮੈਨੂੰ, ਮੇਰੀ ਇੱਛਾ ਜ਼ਰੂਰ ਪੂਰੀ ਕਰੋ। ਇਹ ਦੇਖਣ ਕੋ ਬਹੁ ਮਮ ਚਾਉ। ਮੱਕਾ ਮਦੀਨਾ ਜਿਹੜਾ ਹੈ ਮੇਰੀ ਦੇਖਣ ਦੀ ਬੜੀ ਤਮੰਨਾ ਹੈ। ਜਿਉਂ ਤਿਉਂ ਕਰਕੇ ਆਪ ਦਿਖਾਏ। ਜਿਉਂ ਤਿਉਂ ਕਰਕੇ ਤੁਸੀਂ ਦਿਖਾ ਸਕਦੇ ਹੋ। ਮੁਝ ਅਭਿਲਾਖਾ ਪੂਰ ਕਰਾਏ। ਮੇਰੀ ਮਨ ਦੀ ਅਭਿਲਾਖਾ ਜ਼ਰੂਰ ਪੂਰੀ ਕਰ ਦਿਓ ਜੀ। ਅਸ ਪਰ ਕਰਕੇ ਸੁਣ ਘਰ ਬੈਨਾ। ਇਸ ਤਰ੍ਹਾਂ ਦੇ ਬਚਨ ਸੁਣ ਕਰਕੇ ਵੈ ਪ੍ਰਸੰਨ ਬੋਲੇ ਗੁਣ ਐਨਾ। ਗੁਣਾਂ ਦੇ ਘਰ ਪ੍ਰਸੰਨ ਹੋ ਕੇ ਬੋਲੇ, ਕਿਹੋ ਨਾ ਮੇਟੈ ਤਾ ਮਰਦਾਨੇ। ਮਰਦਾਨੇ ਤੇਰਾ ਵੀ ਕਿਹਾ ਨਹੀਂ ਮੇਟ ਸਕਦੇ ਭਾਈ। ਚਲੋ ਦਿਖਾਵੇਂ ਚਾਹੇ ਜੇ ਥਾਨੇ। ਚੱਲ ਪਹਿਲਾਂ ਤੈਨੂੰ ਫਿਰ ਉਹੀ ਦਿਖਾ ਦਨੇ ਜੇ ਤੇਰੀ ਇੱਛਾ ਹੈ। ਕਹਿ ਕਰ ਮੱਕੇ ਦਿਸ ਪਰ ਸਥਾਨੇ। ਸੋ ਕਹਿ ਕਰਕੇ ਮੱਕੇ ਵਾਲੇ ਪਾਸੇ ਨੂੰ ਚੱਲ ਪਏ। ਜਿਨ ਕੇ ਦਰਸ਼ਨ ਤੇ ਪ੍ਰਮਹਾਨੇ। ਸੋ ਜਿਨ੍ਹਾਂ ਦੇ ਦਰਸ਼ਨ ਕਰਕੇ ਤੇਰਾ ਵੀ ਭਰਮ ਦੂਰ ਹੋ ਜਾਵੇਗਾ। ਪੱਖਰ ਸਖਰ ਹੈ ਜਿਹ ਜਾਗਾ। ਇਹ ਪੱਖਰ ਤੇ ਸਖਰ ਤੋਂ ਮੁਰਾਦ ਇਹ ਆ ਕਿ ਪੱਛਮੀ ਪੰਜਾਬ ਦੇ ਦੱਖਣ ਰੁਖ ਤੋਂ ਪੱਖਰ ਦੁਆਬ ਸਿੰਧ ਸਾਗਰ ਡੇਰਾ ਇਸਮਾਇਲ ਖਾਂ ਤੋਂ ਹੇਠਾਂ ਉਰਾਲ ਵੱਲ ਹੈ। ਤੋ ਸਖਰ ਇਸੇ ਦੀ ਦੱਖਣ ਸੇਧ ਵਿੱਚ ਸਿੰਧ ਦੇਸ਼ 'ਚ ਹੈ।
ਮੁਰਾਦ ਇਹ ਕਿ ਅਸਾਮ ਤੋਂ ਗੁਰੂ ਜੀ ਦੱਖਣ ਪੱਛਮੀ ਪੰਜਾਬ 'ਚ ਆ ਗਏ ਤੇ ਸਿੰਧ ਦੇ ਸੱਖਰ ਸ਼ਹਿਰ ਅੱਪੜ, ਜਿੱਥੇ ਮੁਲਤਾਨ ਆਦਿ ਥਾਵਾਂ ਦੇ ਹਾਜੀ ਇਕੱਠੇ ਹੋ ਰਹੇ ਸਨ, ਇਹ ਗਾਲਬਨ ਕਰਾਚੀ ਤੋਂ ਸਿੱਧਾ ਜਾਂ ਕਰਾਚੀ ਤੋਂ ਸੂਰਤ ਤੇ ਸੂਰਤ ਤੋਂ ਮੱਕੇ ਜਹਾਜ਼ ਚੜ੍ਹ ਕੇ ਜਾਂਦੇ ਹੁੰਦੇ ਸਨ। ਸੋ ਸੂਰਤ ਮੱਕੇ ਜਾਣ ਦੀ ਪੁਰਾਣੀ ਬੰਦਰਗਾਹ ਸੀ। ਇਸ ਤਰੀਕੇ ਨਾਲ ਉਹ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਇਲਾਕਿਆਂ ਵੱਲ ਚੱਲੇ ਹਨ। ਇਹ ਤਾਂ ਨਿਮਖ ਨ ਹੈ ਲਾਗਾ। ਸੋ ਇਸ ਢੰਗ ਦੇ ਨਾਲ ਕਹਿੰਦੇ ਚੱਲ ਫਿਰ ਆਪਾਂ ਚੱਲੀਏ, ਉਸ ਥਾਂ ਦੇ ਉੱਤੇ ਆਪਾਂ ਚੱਲਦੇ ਹਾਂ। ਤਾਂ ਆਏ ਤਹਾਂ ਨਿਮਖ ਨਹਿ ਲਾਗਾ, ਮਹਾਰਾਜ ਨੇ ਤਾਂ ਨੇਤਰੀ ਬੰਦ ਕਰਾਏ, ਚੱਲ ਬਈ ਪਹੁੰਚ ਗਏ ਹਨ। ਨੀਲ ਵਸਤਰ ਲੈ ਪਹਿਰ ਸਰੀਰਾ, ਕਹਿੰਦੇ ਮਰਦਾਨਿਆਂ ਫਿਰ ਉਹੋ ਜਿਹਾ ਹੁਣ ਸਰੂਪ ਵੀ ਬਣਾ ਲਈਏ। ਉਸ ਇਲਾਕੇ ਵਿੱਚ ਲੋਕ ਫਿਰ ਜਿਹੇ ਜਿਹੇ ਹੈਗੇ ਆ, ਆਪਾਂ ਨੂੰ ਕਿਹੜਾ ਹਲੇ ਕੋਈ ਜਾਣਦਾ, ਤੇ ਨਾਲੇ ਉਹ ਹਲੇ ਪ੍ਰਚਾਰ ਵੀ ਨਹੀਂ ਹੋਇਆ ਕੋਈ, ਆਪਾਂ ਹੁਣ ਨੀਲੇ ਵਸਤਰ ਪਾ ਲੈਂਦੇ ਆ। ਕਾਂਖ ਕਿਤਾਬੈ ਗੁਣੀ ਗਹੀਰਾ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਗਲ ਦੇ ਵਿੱਚ ਉਹ ਜਿਹੜੀ ਸੀ ਨਾ ਇੱਕ ਪ੍ਰਕਾਰ ਦੀ ਕਿਤਾਬ ਪਕੜ ਲਈ ਹੈ। ਉੱਚੀ ਕੁਲੈ ਧਰੀ ਨਜ ਸੀਸੰ, ਤੋ ਉੱਚੀ ਕੁਲਹਿ ਹੁੰਦੀ, ਬਹੁਤ ਲੰਬੀ ਜੀ ਟੋਪੀ ਹੁੰਦੀ, ਉਹ ਸੀਸ ਤੇ ਧਰ ਲਈ। ਜਿਹੜੀ ਫੋਟੋ ਹੁਣ ਕਟਵਾਈ ਹੈ ਬੱਚਿਆਂ ਦੀ ਕਿਤਾਬਾਂ 'ਚ ਵਾਈ ਸੀ ਇੱਕ ਫੋਟੋ, ਮਹਾਰਾਜ ਨੇ ਇੱਕ ਦੋ ਕੁ ਵਾਰੀ ਇਹੋ ਜਿਹੇ ਲਿਬਾਸ ਕੀਤੇ ਨੇ ਜਾਂ ਉਹਨਾਂ ਇਲਾਕਿਆਂ 'ਚ ਜਾਣ ਵਾਸਤੇ। ਇਸ ਤਰੀਕੇ ਨਾਲ ਸਤਿਗੁਰੂ ਜੀ ਨੂੰ ਤਾਂ ਕਿ ਉਹਨਾਂ ਇਲਾਕਿਆਂ ਜਾਣ ਦੀ ਕੋਈ ਦਿੱਕਤ ਨਾ ਆਵੇ। ਨਵਾਂ ਨਵਾਂ ਪ੍ਰਚਾਰ ਹੈ, ਹੌਲੀ ਹੌਲੀ ਸਤਿਗੁਰੂ ਜੀ ਨੇ ਵਿਸਥਾਰ ਕੀਤਾ ਸਾਰੀਆਂ ਚੀਜ਼ਾਂ ਦਾ। ਆਸਾ ਹੱਥ ਵਿਖੈ ਜਗਦੀਸ਼ੰ, ਜਗਤ ਦੇ ਮਾਲਕ ਜੀ ਨੇ ਹੱਥ ਦੇ ਵਿੱਚ ਆਸਾ ਹੁੰਦਾ ਸੋਟਾ, ਸੋਟਾ ਪਕੜਿਆ ਲੰਬਾ ਸਾਰਾ ਇੱਕ। ਗਰੇ ਜਨੇਊ ਪਾਈ ਕਿਰਪਾਲਾ, ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਅਜੀਬ ਜਿਹਾ ਇੱਕ ਲਿਬਾਸ ਬਣਾ ਲਿਆ, ਜੇ ਤਾਂ ਦੱਸਿਆ ਹੈ। ਤਿਲਕ ਕਰਿਓ ਸੁੰਦਰ ਪੁਨ ਭਾਲਾ, ਕਿਉਂਕਿ ਇੱਥੋਂ ਦੀਆਂ ਦੋਹਾਂ ਥਾਵਾਂ ਦੀਆਂ ਚਾਰੇ ਤੁਕਾਂ ਦੇ ਲਿਖਤ ਪੁਰਾਤਨ ਨੁਸਖਿਆਂ 'ਚ ਹਨ, ਇਸ ਕਰਕੇ ਇਹ ਚੀਜ਼ਾਂ ਉੱਥੇ ਜਾਣ ਲਈ ਬਣਾਉਣ ਦੀ ਲੋੜ ਨਹੀਂ ਹੈ। ਸੁਨਹਾ ਗੁਰੂ ਅੰਗਦ ਰਸ ਪੀਨੈ, ਇਹ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਰਸ ਵਿੱਚ ਭਿੱਜੇ ਹੋਏ ਬਚਨ ਸੁਣੋ ਹੁਣ। ਪੂਜਾ ਮੁਝ ਹੈ ਮੁਸੱਲਾ ਦੀਨੇ, ਮੈਨੂੰ ਮਹਾਰਾਜ ਨੇ ਇੱਕ ਲੋਟਾ ਦਿੱਤਾ, ਜਿਹੜਾ ਕੂਜਾ ਹੁੰਦਾ ਉਹਨਾਂ ਦਾ, ਇੱਕ ਮੁਸੱਲਾ ਹੁੰਦਾ ਕੱਪੜਾ, ਨਮਾਜ਼ ਪੜ੍ਹਨ ਵਾਲਾ, ਮੇਰੇ ਮੋਢੇ ਤੇ ਰਖਾਤਾ। ਗਰਮੈ ਸੇਲੀ ਪਾਏ ਵਿਸਾਲਾ, ਗਲ ਦੇ ਵਿੱਚ ਸੇਲੀ ਪਾ ਦਿੱਤੀ ਮੇਰੇ। ਬਨੇ ਸੋ ਹਾਜੀ ਰੂਪ ਕਿਰਪਾਲਾ, ਕਿਰਪਾਲੂ ਸੱਚੇ ਪਾਤਸ਼ਾਹ ਹਾਜੀਆਂ ਵਾਲੇ ਰੂਪ 'ਚ ਆ ਗਏ ਨੇ। ਕੌਤਕ ਹਿਤ ਜਹ ਰੂਪ ਬਨਾਏ, ਕਿਉਂਕਿ ਇਹ ਜਿਹੜਾ ਰੂਪ ਬਣਾਇਆ ਸੀ ਕੌਤਕ ਵਾਸਤੇ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਜਗਤ ਜਲੰਦੇ ਵਿੱਚ ਠੰਡ ਵਰਤਾਉਣ ਲਈ ਕਈ ਵੇਰ ਉਦਾਸੀਆਂ ਕੀਤੀਆਂ ਤੇ ਦੇਸ਼ਾਂ ਦੇ ਸੱਟਨ ਕਈ ਪ੍ਰਕਾਰ ਰਟਨ ਕਰਦੇ, ਦੇਸ਼ਾਂ ਦਾ ਰਟਨ ਕਰਦੇ ਅੱਗੇ ਨਿਕਲੇ ਨੇ। ਸੋ ਇਹਨਾਂ ਸਮਿਆਂ ਤੇ ਆਪ ਦਾ ਪਹਿਰਾਵਾ ਵੱਖਰੀ ਵੱਖਰੀ ਤਰ੍ਹਾਂ ਦਾ ਹੁੰਦਾ ਰਿਹਾ। ਕਈ ਥਾਈਂ ਲਿਖਿਆ ਪਹਿਲੀ ਉਦਾਸੀ ਵਿੱਚ ਆਪ ਨੇ ਇੱਕ ਬਸਤਰ ਅੰਬੂਆ, ਇੱਕ ਬਸਤਰ ਚਿੱਟਾ, ਇੱਕ ਪੈਰ ਜੁੱਤੀ, ਇੱਕ ਪੈਰ ਖੌਂਸ, ਗਲ ਖਫਨੀ, ਮੱਥੇ ਤਿਲਕ ਕੇਸਰ ਦਾ ਪਾ ਰੱਖਿਆ। ਦੂਜੀ ਉਦਾਸੀ 'ਚ ਪੈਰੀਂ ਖੜਾਵਾਂ ਕਾਠ ਦੀਆਂ, ਹੱਥ ਵਿੱਚ ਆਸਾ, ਸਿਰ ਰੱਸੇ ਲਪੇਟੇ, ਬਾਹਾਂ ਜੰਘਾਂ ਰੱਸੇ ਲਪੇਟੇ, ਮੱਥੇ ਟਿੱਕਾ ਬਿੰਦਲੀ ਦਾ ਸੀ। ਤੀਜੀ ਉਦਾਸੀ ਵਿੱਚ ਪੈਰੀਂ ਚਮੜਾ ਤੇ ਸਿਰ ਚਮੜਾ ਤੇ ਮੱਥੇ ਟਿੱਕਾ ਕੇਸਰ ਦਾ ਸੀ। ਚੌਥੀ ਉਦਾਸੀ ਸਮੇਂ ਪੈਰੀਂ ਖੌਂਸਾਂ ਚਮਕੀਆਂ ਤੇ ਚਮਕੀ ਸੁੱਥਣ, ਨੀਲੇ ਬਸਤਰ, ਹੱਥ ਆਸਾ, ਕਿਤਾਬ ਤੇ ਕੂਜਾ ਆਦਿਕ ਪਾਸ ਸਨ। ਮੱਥੇ ਟਿੱਕਾ ਬਿੰਦੀ ਕਾ। ਇਸੇ ਤਰ੍ਹਾਂ ਕਿਤੇ ਕਿਤੇ ਗੁਰੂ ਜੀ ਦੇ ਦੇਸ਼ਾਟਨ ਸਮੇਂ ਭਗਵੇ ਕੱਪੜੇ, ਗਲੇ ਜਨੇਊ ਪਾਏ ਹੋਣ ਦਾ ਜ਼ਿਕਰ ਵੀ ਸਾਖੀਕਾਰਾਂ ਨੇ ਲਿਖਿਆ। ਸੋ ਇਹਨਾਂ ਸਾਰੇ ਪਹਿਰਾਵਿਆਂ ਤੇ ਇੱਕ ਨਜ਼ਰ ਫੇਰਨ ਨਾਲ ਇਹਨਾਂ ਦੀ ਅੱਡਰ ਦੱਸ ਦਿੰਦੀ ਹੈ ਕਿ ਗੁਰੂ ਸਾਹਿਬ ਜੀ ਇਹ ਵੇਸ ਉਸੇ ਤਰ੍ਹਾਂ ਵੇਸ ਨਹੀਂ ਸਨ ਜਿਸ ਤਰ੍ਹਾਂ ਕਿ ਖਾਸ ਮੱਤਾਂ ਵਾਲਿਆਂ ਦੇ ਹੁੰਦੇ ਨੇ, ਜਿਨ੍ਹਾਂ ਦੇ ਵੇਖਣ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਸਾਧ ਫਲਾਨੀ ਸੰਪਰਦਾਇ ਦਾ ਹੈ ਜਾਂ ਫਲਾਨੇ ਮੱਤ ਦਾ ਹੈ। ਜਿਹਾ ਕਿ ਬੈਰਾਗੀ, ਸੰਨਿਆਸੀ, ਜੋਗੀ, ਹਿੰਦੂ ਤੇ ਮੁਸਲਮਾਨ ਆਦਿਕਾਂ ਦੇ ਵੱਖਰੇ ਵੱਖਰੇ ਵੇਸ ਭੇਸ ਇਹਨਾਂ ਦੇ ਮੱਤ ਦਾ ਪਤਾ ਦਿੰਦੇ ਨੇ। ਗੁਰੂ ਜੀ ਦਾ ਹਰ ਸਫ਼ਰ ਵਿੱਚ ਵੱਖਰਾ ਲਿਬਾਸ ਦੱਸਦਾ ਕਿ ਉਹਨਾਂ ਨੇ ਕੋਈ ਵੇਸ ਕਿਸੇ ਮੱਤ ਦਾ ਪ੍ਰਕਾਸ਼ਕ ਨਹੀਂ ਪਹਿਰਿਆ। ਭੇਸਾਂ ਦੀ ਵਿਲੱਖਣਤਾ ਤੋਂ ਮਾਲੂਮ ਹੁੰਦਾ ਕਿ ਲੋਕਾਂ ਨੂੰ ਤਵੱਜੋ ਆਪਣੇ ਵੱਲ ਖਿੱਚਣ ਲਈ, ਜਿਸ ਤਰ੍ਹਾਂ ਹਰਿਦੁਆਰ ਜਾ ਕੇ ਹਿੰਦੂਆਂ ਨੂੰ ਚੜ੍ਹਦੇ ਪਾਣੀ ਉਛਾਲਦੇ ਵੇਖ, ਸੋ ਆਪ ਲਹਿੰਦੇ ਵੱਲ ਮੂੰਹ ਕਰਕੇ ਪਾਣੀ ਉਛਾਲਣ ਲੱਗ ਪਏ, ਜਿਸ ਤੋਂ ਲੋਕ ਆਪ ਦੇ ਨੇੜੇ ਤੇੜੇ ਇਕੱਠੇ ਹੋ ਕੇ ਫਿਰ ਪ੍ਰਸ਼ਨ ਉੱਤਰ ਕਰਨ ਲੱਗੇ। ਗੁਰੂ ਜੀ ਨੂੰ ਸ਼ੁਭ ਸਿੱਖਿਆ ਦੇਣ ਦਾ ਮੌਕਾ ਬਣਾਤਾ। ਸੂਰਜ ਗ੍ਰਹਿਣ ਦੇ ਸਮੇਂ ਕੁਰੂਕਸ਼ੇਤਰ ਤੇ ਮਾਸ ਕਈ ਸਾਖੀਆਂ 'ਚ ਹਿਰਨ ਲਿਖਿਆ ਚਾੜਿਆ, ਜਿਸ ਤੋਂ ਹਿੰਦੂ ਸਾਰੇ ਇਕੱਠੇ ਹੋ ਕੇ ਗੁੱਸੇ ਆ ਕੇ ਜੁੜ ਗਏ, ਉੱਥੇ ਤੁਸੀਂ ਗਲਤ ਕੀਤਾ। ਉਹ ਉੱਥੇ ਫਿਰ ਮਹਾਰਾਜ ਜਦ
ਉਹ ਦੇਗੇ ਤੋਂ ਢੱਕਣ ਚਕਾ ਵਿੱਚੋਂ ਖੀਰ ਨਿਕਲ ਆਈ ਸੀ। ਇਉਂ ਸਤਿਗੁਰੂ ਮਹਾਰਾਜ ਕੋਈ ਕੌਤਕ ਇਹੋ ਜਿਹਾ ਵਰਤਾ ਦਿੰਦੇ ਕਿ ਦੁਨੀਆ ਦੀ ਖਿੱਚ ਵਧੇ ਇੱਧਰ ਨੂੰ। ਇਸੇ ਤਰ੍ਹਾਂ ਜਗਨਨਾਥ ਵਿੱਚ ਆਰਤੀ ਸਮੇਂ ਬਾਕੀਆਂ ਦੇ ਖੜੋਣ ਤੇ ਆਪ ਬੈਠੇ ਰਹੇ। ਮੱਕੇ ਵਿੱਚ ਕਾਬੇ ਵੱਲ ਪੈਰ ਕਰਕੇ ਲੇਟਣ ਤੇ ਮੱਕਾ ਫੇਰਨ ਤੋਂ ਲੋਕੀ ਆ ਜੁੜੇ ਤੇ ਗੁਰੂ ਜੀ ਨੇ ਉਹਨਾਂ ਭੁੱਲੇ ਭਟਕਿਆਂ ਨੂੰ ਧਰਮ ਦੇ ਅਸਲੀ ਤੱਤ ਦਿਖਾ ਕੇ ਜੀ ਦਾਨ ਦਿੱਤਾ। ਇਸੇ ਤਰ੍ਹਾਂ ਆਪਦੇ ਲਿਬਾਸ ਦੀ ਅਦਭੁਤਤਾ ਵੀ ਲੋਕਾਂ ਦੀ ਤਵੱਜੋ ਨੂੰ ਖਿੱਚ ਕੇ ਲਿਆਉਂਦੀ ਰਹੀ, ਜੀ ਤੋਂ ਉਹਨਾਂ ਦਾ ਕਲਿਆਣ ਹੁੰਦਾ ਰਿਹਾ। ਕਵੀ ਜੀ ਨੇ ਗੁਰੂ ਜੀ ਦੇ ਹਾਜੀਆਂ ਨਾਲ ਜਿਹੜਾ ਸੀ ਮਿਲਾਪ, ਉਹ ਮਿਲਣ ਦੇ ਜਿਹੜੇ ਢੰਗ ਤਰੀਕੇ ਸਮੇਂ ਦੇ ਭੇਜ ਦਾ ਜ਼ਿਕਰ ਕਰਦੇ ਹੋਏ ਲਿਖਿਆ ਕਿ ਜਦ ਗੁਰੂ ਜੀ ਹਾਜੀਆਂ ਵਿੱਚ ਬੈਠੇ, ਹਾਜਨ ਹਿਰਦੈ ਈਰਖਾ ਹੋਈ, ਸ੍ਰੀ ਗੁਰ ਸੋ ਬੋਲਤ ਪੇਸ਼ ਹੋਈ, ਮੁਸਲਮਾਨ ਕਹ ਹਿੰਦੂ ਅਹੀ। ਤਾਂ ਮਹਾਰਾਜ ਨੇ ਇੱਕ ਤਾਂ ਮੁਸਲਮਾਨਾਂ ਵਾਲਾ ਬੇਸ, ਉੱਤੇ ਦੀ ਕੁੜਤੇ ਤੇ ਜਨੇਊ ਪਾ ਲਿਆ, ਤਿਲਕ ਲਾ ਲਿਆ, ਹੱਥ ਸੋਟਾ ਫੜ ਲਿਆ, ਕੱਚ 'ਚ ਕਿਤਾਬ ਫੜ ਲਈ, ਸਿਰ ਤੇ ਟੋਪੀ ਪਾ ਲਈ। ਨਾ ਤਾਂ ਹੁਣ ਪਤਾ ਲੱਗੇ ਉਹ ਨੇ ਨਾ ਉਹ ਨੇ। ਉਹ ਫਿਰ ਉਹਨਾਂ ਨੂੰ ਚੱਕਰ ਜੇ 'ਚ ਪਾ ਲਿਆ, ਕਹਿੰਦੇ ਮੁਸਲਮਾਨ ਕਹ ਹਿੰਦੂ ਅਹੇ, ਬਿਨਾ ਕਹੇ ਤੇ ਜਾਏ ਨਾ ਲਹਈ, ਹਾਜੀ ਵੇਖ ਤਿਲਕ ਹੈ ਮਾਥੇ, ਜਾਂ ਤੇ ਬੂਝਤ ਹੈ ਤੋ ਸਾਥੀ। ਤੁਹਾਨੂੰ ਪੁੱਛਦੇ ਆ, ਤੁਸੀਂ ਦੱਸੋ, ਨਾਲੇ ਤਿਲਕ ਲਾਇਆ, ਨਾਲੇ ਜੰਜੂ ਪਾਇਆ, ਟੋਪੀ ਪਾਈ, ਕਿਤਾਬ ਰੱਖੀ, ਨਾਲੇ ਤੁਸੀਂ ਮੁਸਲਮਾਨਾਂ ਵਾਲੇ ਚੀਜ਼ਾਂ ਚੱਕੀ ਫਿਰਦੇ, ਨਾਲੇ ਹਿੰਦੂਆਂ ਵਾਲੀ। ਸੋ ਇਸ ਤੋਂ ਸਪਸ਼ਟ ਹੈ ਕਿਸੇ ਵੀ ਦੇਸ਼ ਆਟਣ ਸਮੇਂ ਆਪ ਨੇ ਹਾਜੀਆਂ ਵਾਲੇ ਕੱਪੜੇ ਪਾਉਣ ਤੇ ਆਪ ਨੂੰ ਮੁਸਲਮਾਨ, ਜੰਜੂ ਪਾਉਣ ਤੇ ਹਿੰਦੂ, ਜਾਂ ਕਿਸੇ ਖਾਸ ਰੰਗ ਦਾ ਕੱਪੜਾ ਪਾਉਣ ਤੇ ਖਾਸ ਕਿਸੇ ਸੰਪਰਦਾਇ ਦਾ ਸਮਝਣਾ ਭੁੱਲ ਹੈ ਸਾਡੀ। ਕਿਉਂਕਿ ਲਿਬਾਸਾਂ ਦਾ ਇਹ ਵੱਖਰਾਪਨ ਤੇ ਦੋ ਤਰ੍ਹਾਂ ਦੇ ਭੇਖਾਂ ਦਾ ਇੱਕੋ ਵੇਲੇ ਧਾਰਨਾ ਹੀ ਦੱਸਦਾ ਕਿ ਭੇਖਾਂ ਨੂੰ ਉਹ ਮਖੌਲ ਕਰਦੇ ਸਨ। ਜਦ ਕਰਤਾਰਪੁਰੇ ਆ ਟਿਕੇ ਤਾਂ ਸਾਰੇ ਫਕੀਰੀ ਭੇਸ ਦੂਰ ਕਰਕੇ ਸਧਾਰਨ ਸੰਸਾਰੀ ਵਸਤਰ ਪਹਿਨ ਲਏ। ਕਵੀ ਜੀ ਆਪ ਦੱਸਦੇ ਨੇ ਕਿ ਇਹ ਲਿਬਾਸ ਕੌਤਕ ਵਾਸਤੇ ਹੀ ਸਨ। ਕੌਤਕ ਇਹ ਤੇ ਇਹ ਰੂਪ ਬਣਾਏ, ਹਿੰਦੂ ਤੁਰਕਨਾ ਜਾਤ ਲਿਖਾਏ। ਗੁਰੂ ਸਾਹਿਬ ਦਾ ਮਕਸਦ ਕੋਈ ਦੂਜਿਆਂ ਦੇ ਧਰਮ ਨੂੰ ਧਾਰਨਾ ਨਹੀਂ ਸੀ, ਸਿਰਫ ਲੋਕਾਂ ਦੇ ਮਨ ਆਪਣੇ ਵੱਲ ਨੂੰ ਖਿੱਚਣ ਲਈ ਤਰ੍ਹਾਂ ਦੇ ਕੌਤਕ ਵੇਸ਼ ਕਰਕੇ ਸਤਿਗੁਰੂ ਨੇ ਉਹਨਾਂ ਲੋਕਾਂ ਨੂੰ ਆਪਣੇ ਵੱਲ ਨੂੰ ਸਿਰਫ ਖਿੱਚਣਾ ਹੀ ਸੀ ਬਸ। ਕਿਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਆਪਣੇ ਵੱਲ ਖਿੱਚਣ ਵਾਸਤੇ ਐਸੇ ਹੀ ਲਿਬਾਸ ਬਣਾਏ ਹਨ। ਹਿੰਦੂ ਤੁਰਕ ਨਾ ਜਾਤ ਲਖਾਏ। ਹੁਣ ਪਤਾ ਨਹੀਂ ਲੱਗਦਾ ਕਿ ਹਿੰਦੂ ਨੇ ਕਿ ਜਾਂ ਤੁਰਕ ਹਨ। ਮੁਲਤਾਨਾ ਦਿਕ ਜੇ ਪੁਰ ਔਰਾ। ਮੁਲਤਾਨ ਆਦਿਕ ਜੇ ਹੋਰ ਜਿਹੜੇ ਸਨ, ਉਸ ਥਾਂ ਦੇ ਉੱਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਆ ਕੇ। ਹਾਜੀ ਮਿਲੇ ਹੋਤੇ ਤੇ ਠੌਰਾ। ਹਾਜੀ ਇਕੱਠੇ ਹੋ ਕੇ ਮਿਲੇ ਉਸ ਥਾਂ ਤੇ। ਮੱਕੇ ਜਾਣ ਜਨ ਹੈ ਅਭਿਲਾਖਾ। ਮੁਲਤਾਨ ਤੋਂ ਮੱਕੇ ਵਾਲੇ ਪਾਸੇ ਜਾਣ ਦੀ ਜਿਨ੍ਹਾਂ ਦੀ ਇੱਛਾ ਸੀ ਮਨ ਦੇ ਅੰਦਰ। ਨਿਸਾ ਗੁਜ਼ਾਰਨ ਡੇਰੋਂ ਰਾਖਾ। ਫਿਰ ਰਾਤ ਬਤੀਤ ਕੀਤੀ ਤੇ ਡੇਰਾ ਰੱਖਿਆ ਉੱਥੇ। ਮਿਲ ਵੈਸੇ ਤੇ ਜੇ ਸਥਾਨਾ। ਜਿਸ ਥਾਂ ਦੇ ਉੱਤੇ ਮਿਲ ਕੇ ਬੈਠੇ ਸਨ ਸਾਰੇ ਜਾਣ ਵਾਲੇ। ਜਿਨ ਕੇ ਮੱਧ ਗਏ ਗੁਣ ਖਾਨਾ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਣਾਂ ਦੇ ਖਾਣ ਉੱਥੇ ਬੈਠ ਕੇ ਜਾ ਕੇ। ਤਵੇ ਮੁਸੱਲਾ ਮੈਂ ਸੋ ਵਿਛਾਵਾ। ਉਹ ਜਿਹੜਾ ਕੱਪੜਾ ਹੁੰਦਾ ਥੱਲੇ ਵਿਛਾਉਣ ਵਾਲਾ ਚੌਰਸ ਜਿਹਾ, ਉਹ ਵਿਛਾਤਾ ਮੈਂ ਉਦੋਂ। ਤੇ ਪਰ ਵੈਸੇ ਦੁੱਖ ਬੰਦਾਵਾ। ਦੁੱਖਾਂ ਰੂਪੀ ਜੰਗਲ ਨੂੰ ਸਾੜਨ ਲਈ ਅਗਨੀ ਰੂਪ ਗੁਰੂ ਨਾਨਕ ਦੇਵ ਜੀ ਉੱਥੇ ਉਹਦੇ ਉੱਤੇ ਬੈਠ ਗਏ। ਹਾਜਨ ਹਿਰਦਾ ਈਰਖਾ ਹੋਈ। ਹਾਜੀਆਂ ਨੇ ਜਦ ਦੇਖਿਆ ਅਜੀਬ ਜਿਹਾ ਲਿਬਾਸ, ਇਹ ਕੌਣ ਆ ਗਿਆ, ਨਵਾਂ ਹੀ ਲਿਬਾਸ ਧਾਰਿਆ ਹੋਇਆ, ਈਰਖਾ ਹੋ ਗਈ ਮਨ 'ਚ। ਸ੍ਰੀ ਗੁਰੂ ਸੋ ਬੋਲ ਤਪੇ ਸੋਈ। ਮਹਾਰਾਜ ਸੱਚੇ ਪਾਤਸ਼ਾਹ ਨੂੰ ਉਸ ਵਕਤ ਬੋਲੇ, ਕੌਣ ਦੇਸ਼ ਤੇ ਤੁਮ ਚਲੇ ਆਏ। ਕਿਉਂ ਬਈ ਤੁਸੀਂ ਕਿਹੜੇ ਦੇਸ਼ ਤੋਂ ਚੱਲ ਕੇ ਆਏ ਹੋ। ਕੌਣ ਨਾਮ ਅਬ ਕਹਾਂ ਸਿਧਾਏ। ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕਿੱਥੇ ਜਾ ਰਹੇ ਹੋ। ਮੁਸਲਮਾਨ ਕਾ ਹਿੰਦੂ ਅਹੇ। ਤੁਸੀਂ ਮੁਸਲਮਾਨ ਹੋ ਕਿ ਹਿੰਦੂ ਹੋ। ਬਿਨਾ ਕਹੇ ਤੇ ਜਾਏ ਨਾ ਲਹੇ। ਕਿਉਂਕਿ ਪਛਾਣਿਆ ਨਹੀਂ ਜਾਂਦਾ, ਤੁਸੀਂ ਦੱਸੋ ਤੁਸੀਂ ਕੌਣ ਹੋ। ਹਾਜੀ ਵੇਖ ਤਿਲਕ ਹੈ ਮਾਥੇ। ਤੁਸੀਂ ਇਹ ਵੇਖ ਜਿਹੜਾ ਹੈ ਹਾਜੀਆਂ ਵਾਲਾ ਬਣਾਇਆ ਤੇ ਮੱਥੇ ਤੇ ਤਿਲਕ ਲਾਇਆ। ਜਾਂ ਤੇ ਬੂਝਤਾ ਹੈ ਤੁਝ ਸਾਥੇ। ਅਸੀਂ ਤੁਹਾਨੂੰ ਪੁੱਛਦੇ ਹਾਂ, ਤੁਸੀਂ ਦੱਸੋ। ਸ੍ਰੀ ਨਾਨਕ ਜੀ ਵੈਨ ਅਲਾਏ। ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਕਹੇ। ਬੇਗਮਪੁਰੇ ਦੇਸ਼ ਤੇ ਆਏ। ਮਹਾਰਾਜ ਕਿਹੜਾ ਘੱਟ ਸੀ, ਕਹਿੰਦੇ ਬੇਗਮਪੁਰੇ ਦੇਸ਼ ਤੋਂ ਆਏ, ਨਾ ਕਿਸੇ ਨੇ ਦੇਖਿਆ ਨਾ ਕਰਿਆ। ਬੇਗਮਪੁਰਾ ਸ਼ਹਿਰ ਕੋ ਨਾਮ, ਉਹ ਤਾਂ ਸੱਚਖੰਡ ਹੈ। ਬੇਗਮਪੁਰਾ ਉਹ ਗਮ ਤੋਂ ਰਹਿਤ ਦਾ ਨਾਮ ਹੈ, ਬੇਗਮ। ਕਹਿੰਦੇ ਬੇਗਮਪੁਰੇ ਦੇਸ਼ ਤੋਂ ਆਏ ਆ ਅਸੀਂ ਭਾਈ। ਹਿੰਦੂ ਮੁਸਲਮਾਨ ਜਗ ਮਾਹੂ। ਸੋ ਹਿੰਦੂ ਮੁਸਲਮਾਨ ਜਗ ਦੇ ਵਿੱਚ ਮੈਂ ਹੂੰ ਦੋਨੋਂ ਕੇਰ ਗਵਾਹੂ। ਮੈਂ ਦੋਨਾਂ ਦਾ ਗਵਾਹ ਹਾਂ ਭਾਈ। ਪੱਖਵਾਦ ਮਹਿ ਉਰਜੇ ਕਾਚੇ। ਇਹ ਜਿਹੜੇ ਕੱਚੇ ਲੋਕ ਨੇ ਵੱਖਵਾਦ ਵਿੱਚ ਉਲਝੇ ਹੋਏ ਨੇ। ਸਾਚੋ ਕੂਰੇ ਮਨ ਰਾਚੇ। ਉਹ ਸਾਰੇ ਜਿਹੜੇ ਤਜ ਸਾਚੋ ਸੱਚੇ ਨੂੰ ਛੱਡ ਕੇ
ਝੂਠਿਆਂ 'ਚ ਹੀ ਉਲਝੇ ਹੋਏ ਨੇ। ਜਲਵਾ ਸਰਬ ਸਰੀਰ ਨ ਜੋ, ਸੋ ਇਹ ਜਿਹੜਾ ਸਾਰੇ ਸਰੀਰ ਦਾ ਪ੍ਰਕਾਸ਼ ਹੈ, ਏਕੋ ਭੇਵ ਨ ਜਾਣੈ ਕੋ। ਇਹਦਾ ਕੋਈ ਭੇਦ ਨਹੀਂ ਜਾਣਦਾ ਜਿਹੜਾ ਸਰੀਰ ਦੇ ਅੰਦਰ ਆਤਮਾ ਹੈ। ਹੇਤ ਬੰਦਗੀ ਬੰਦਾਇਓ, ਬੰਦਾ ਬੰਦਗੀ ਕਰਨ ਆਇਆ ਦੁਨੀਆ ਦੇ ਵਿੱਚ ਹਾਜੀ ਸਾਹਿਬ, ਦੇਹ ਤਜਮਾਨ ਮੋਹ ਲਪਟਾਇਓ। ਉਹ ਬੰਦਗੀ ਦੀ ਬਜਾਏ ਮਾਣ ਤੇ ਮੋਹ ਵਿੱਚ ਹੀ ਲਪਟ ਗਿਆ ਹੈ। ਤਾਂ ਤੇ ਨਰ ਗੈਵਾਨ ਹਵਾਨੋ, ਇਸ ਕਰਕੇ ਜਿਹੜੇ ਬੰਦੇ ਨੇ ਉਹ ਗੈਵਾਨ ਹੁੰਦਾ ਭੂਤ ਨੇ, ਤੇ ਸੋ ਹਵਾਨ ਹੁੰਦਾ ਪਸ਼ੂ ਬਣੇ ਪਏ ਨੇ ਬੰਦੇ ਦੁਨੀਆ ਦੇ ਅੰਦਰ। ਸਭ ਕੋ ਉਪਦੇਸ਼ਕ ਮੁਝ ਮਾਨੋ, ਮੈਂ ਸਾਰੀ ਕਾਇਨਾਤ ਨੂੰ ਉਪਦੇਸ਼ ਦੇਣ, ਦੁਨੀਆ ਸਾਰੀ ਨੂੰ ਸਾਂਝਾ ਉਪਦੇਸ਼ ਕਰਨ ਆਇਆ। ਅਸਵਿਦ ਸੁਣ ਕੇ ਮਨ ਬਿਸਮਾਨੇ, ਇਸ ਤਰ੍ਹਾਂ ਸੁਣ ਕੇ ਉਹ ਸਾਰੇ ਮਨ ਦੇ ਅੰਦਰ ਹੈਰਾਨ ਹੋ ਗਏ। ਇਹ ਤਾਂ ਬੋਲਤ ਬੋਲ ਮਹਾਨੇ, ਬਈ ਇਹ ਤਾਂ ਛੋਟੀ ਗੱਲ ਨਹੀਂ ਕਰਦੇ, ਇਹ ਤਾਂ ਵੱਡੀ ਗੱਲ ਕਰਦੇ ਕੋਈ। ਮੁਲਤਾਨੇ ਕੋ ਪੀਰ ਤਹਾਹੀ, ਮੁਲਤਾਨ ਦਾ ਪੀਰ ਸੀ ਉੱਥੇ, ਨਾਮ ਬਹਾਵ ਦੀਨ ਥੋ ਜਾਹੀ। ਜਿਹਦਾ ਨਾਮ ਸੀ ਬਹਾਉਦੀਨ। ਤਰਕ ਸੰਗਤਨ ਬਚਨ ਪ੍ਰਕਾਸ਼ਾ, ਉਹਨੇ ਬੜੀ ਤਰਕ ਦੇ ਨਾਲ ਟੇਢੀ ਜੀ ਗੱਲ ਕੀਤੀ। ਇਹ ਕਿਤਾਬ ਜੋ ਤੇਰੇ ਪਾਸਾ, ਆ ਜਿਹੜੀ ਕਿਤਾਬ ਫੜੀ ਹੋਈ ਹੈ ਤੁਹਾਡੇ ਕੋਲੇ, ਇਹ ਤੋਂ ਪੜ ਜਾਣਤ ਕੈ ਨਹੀਂ। ਇਹ ਕਿਤਾਬ ਪੜ੍ਹਨੀ ਵੀ ਜਾਣਦੇ ਕਿ ਉਦਾਂ ਹੀ ਲਈ ਫਿਰਦੇ ਨਾਲ? ਦੇਹੋ ਮਾਇਨਾ ਜੋ ਇਸ ਮਾਹੀ, ਤੇ ਉਹ ਮੈਨੂੰ ਅਰਥ ਸੁਣਾਓ ਜਿਹੜੇ ਇਹਦੇ ਵਿੱਚ ਲਿਖੇ ਹੋਏ ਤੁਸੀਂ ਕੁਛ। ਸੁਨ ਕਰ ਸ੍ਰੀ ਗੁਰ ਬਚਨ ਉਚਾਰਾ, ਸੁਣ ਕੇ ਗੁਰਾਂ ਨੇ ਬਚਨ ਕੀਤੇ ਉਚਾਰ ਨੇ। ਪੜਨ ਕਿਤਾਬਨ ਤੀਨ ਪ੍ਰਕਾਰਾ, ਮਹਾਰਾਜ ਤਾਂ ਗਾਹਾਂ ਹੀ ਫਿਰ ਖੋਲ ਲੈਂਦੇ ਨੇ ਨਵੀਂ ਕਿਤਾਬ। ਕਹਿੰਦੇ ਕੀ ਸੁਣਾਵਾਂ ਤੈਨੂੰ, ਪੜਨ ਕਿਤਾਬਨ ਤੀਨ ਪ੍ਰਕਾਰਾ। ਕਹਿੰਦੇ ਪੋਥੀਆਂ ਦਾ ਪੜਨਾ ਵੀ ਤਿੰਨ ਤਰ੍ਹਾਂ ਦਾ ਹੁੰਦਾ, ਕਿਹੜੇ ਢੰਗ ਦਾ ਸੁਣਾਵਾਂ ਬੋਲ। ਉਸਤ ਖਾਨ ਗੋਸ਼ਤ ਮਗਜ ਹੈ, ਇੱਕ ਤਾਂ ਹੁੰਦਾ ਉਸਤ ਖਾਨ ਹੱਡੀ, ਇੱਕ ਹੁੰਦਾ ਗੋਸ਼ਤ ਮਾਸ, ਇੱਕ ਹੁੰਦਾ ਮਗਜ਼ ਹੈ, ਮਗਜ਼ ਭਾਵ ਤੱਤ ਦੀ ਗੱਲ। ਇਨਕੇ ਲੱਛਣ ਉਚਰਤ ਹੋ ਸੁਨ, ਮੈਂ ਇਹਨਾਂ ਦੇ ਲੱਛਣ ਤੈਨੂੰ ਸੁਣਾਉਣਾ, ਕਦੇ ਸੁਣੀ ਇਹੀ ਜੀ ਪੜ੍ਹਾਈ ਤਾਂ ਤੈਨੂੰ ਨਵੀਂ ਪੜ੍ਹਾਈ ਸੁਣਾਉਣਾ। ਪਫ ਕਰ ਸਭ ਕੋ ਹੁਜਤ ਕਰਨੀ, ਸੋ ਜਿਹੜਾ ਹੈ ਨਾ ਸਾਰਿਆਂ ਨਾਲ ਪੜ੍ਹ ਕੇ ਫਿਰ ਹੁਜਤ ਕਰਨੀ, ਹੀਲ ਹੁਜਤ। ਉਛਤ ਖਾਨ ਇਸ ਵਿਦ ਕੇ ਬਰਨੀ, ਇਹਨੂੰ ਉਸਤ ਖਾਨ ਕਹਿੰਦੇ ਨੇ, ਹੱਡੀ ਖਾਣੀ। ਬੁਜਰ ਕਹੋ ਬੈਠਨ ਪਠ ਕਰਕੇ, ਸੋ ਹੁਣ ਜਿਹੜੇ ਦੂਸਰੀ ਪੜ੍ਹਾਈ ਆ ਬੁਜ਼ਰਗ ਹੋ ਬੈਠਨ ਪਠ ਕਰਕੇ, ਜਿਹੜਾ ਹੁੰਦਾ ਨਾ ਬੁਜ਼ਰਗ ਵੱਡਾ ਪੂਜਨੀਆ, ਉਹ ਪੜ੍ਹ ਕਰਕੇ ਖਿਜਮਤ ਕਰ ਬਾਵਨ ਹਿਤ ਧਰ ਕੇ, ਸੋ ਉਹ ਸੇਵਾ ਕਰਵਾਉਣ ਵਾਸਤੇ ਹਿਤ ਧਾਰ ਕੇ। ਕਰ ਹੰਕਾਰ ਬਦੈ ਨਹਿ ਕਾਹੋ, ਉਹ ਫਿਰ ਹੰਕਾਰ ਕਰਕੇ ਕਿਸੇ ਨੂੰ ਨਹੀਂ ਕਹਿੰਦੇ। ਗੋਸ਼ਤ ਨਾਮ ਕਹਿਤ ਹੈ ਤਾਹੂ, ਇਹਦਾ ਨਾਮ ਹੈ ਗੋਸ਼ਤ, ਇਹਨੂੰ ਇਸ ਤਰ੍ਹਾਂ ਕਹਿੰਦੇ ਹਨ। ਪਠ ਕਰ ਸਿਮਰ ਹੈ ਨਾਮ ਜਰੂਰਾ। ਹੁਣ ਅਗਲੀ ਪੜ੍ਹਾਈ ਤੈਨੂੰ ਮਗਜ਼ਹ ਦੱਸਦੇ, ਜਿਹੜੀ ਪੜ੍ਹ ਕਰਕੇ ਨਾ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਫਿਰ ਸਿਮਰਦੇ ਨੇ ਪ੍ਰਮਾਤਮਾ ਦਾ ਨਾਮ। ਸਭ ਮੈਂ ਜਾਣੈ ਅੱਲਾਹ ਜਹੂਰਾ, ਸਾਰਿਆਂ ਦੇ ਵਿੱਚ ਰੱਬ ਦਾ ਪ੍ਰਕਾਸ਼ ਜਾਣਦੇ, ਅੱਲਾ ਦਾ ਪ੍ਰਕਾਸ਼ ਜਾਣ ਲੈਂਦੇ ਨੇ। ਦਵੈਤ ਹੇਤ ਕੋ ਮਿਟਿਓ ਝਗੜਾ, ਜਿਨ੍ਹਾਂ ਦੇ ਮਨ ਦੇ ਅੰਦਰੋਂ ਦਵੈਸ਼ ਵੈਰ ਮੋਹ ਸਭ ਮਿਟ ਗਿਆ ਹੈ। ਤਜੋ ਹੰਕਾਰ ਹਿਰਦੇ ਤੇ ਸਗਰਾ, ਮਨ ਦੇ ਅੰਦਰੋਂ ਸਾਰਾ ਹੰਕਾਰ ਛੱਡ ਦੇਣਾ ਕਰੋ। ਮਨ ਐਸੀਸ ਖੁਦਾਏ ਰਜਾਈ, ਜਿਹੜਾ ਆਪਣੇ ਸਿਰ ਦੇ ਉੱਤੇ ਖੁਦਾ ਦੀ ਰਜ਼ਾ ਮੰਨ ਲੈਂਦਾ ਹੈ, ਉਹਦੀ ਰਜ਼ਾ ਵਿੱਚ ਚੱਲਦਾ। ਮਗਜ ਨਾਮ ਹੈ ਤਾਹੀਂ ਕਹਾਈ, ਉਹਦਾ ਨਾਮ ਹੈ ਮਗਜ਼, ਉਹ ਤੈਨੂੰ ਦੱਸਿਆ ਹੈ ਮੈਂ। ਸੁਨ ਸੋ ਕਹੈ ਕੁਲ ਹੈ ਸਿਰ ਧਾਰੇ, ਸੁਣ ਕੇ ਉਹ ਕਹਿਣ ਲੱਗਿਆ ਸਿਰ ਦੇ ਉੱਤੇ ਕੁਲਹ ਤੋਂ ਭਾਵ ਲੰਬੀ ਜੀ ਟੋਪੀ ਧਾਰੀ ਹੈ ਇਹ। ਕਿਹ ਕਾਰਨ ਮੁਖ ਕਰੋ ਉਚਾਰੇ, ਇਹ ਕਾਹਦੇ ਲਈ ਧਾਰੀ ਹੈ, ਮੁਖ ਚ ਹੁਣ ਉਚਾਰ ਨਾ ਕਰੋ। ਤਾ ਬੋਲੇ ਵੇਦੇ ਕੁਲ ਕੀਤਾ, ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਸਾਹਿਬ ਬੋਲੇ। ਕੁਲ ਹੈ ਧਰਨ ਕੋ ਸਮਝੋ ਹੇਤਾ, ਇਹ ਜਿਹੜੀ ਕੁਲ ਹੈ ਧਾਰਨ ਕੀਤੀ ਹੈ ਇਹਦਾ ਵੀ ਕਾਰਨ ਸਮਝ ਲਓ। ਛੋਟੀ ਕੁਲ ਹੈ ਵੱਡੀ ਦਸਤਾਰਾ, ਕਿਉਂਕਿ ਜਿਹੜੀ ਹੈ ਨਾ ਇਸ ਢੰਗ ਦੇ ਨਾਲ ਛੋਟੀ ਕੁਲ ਹੈ ਜਿਹੜੀ ਹੁੰਦੀ ਛੋਟੀ ਹੁੰਦੀ ਹੈ, ਵੱਡੀ ਦਸਤਾਰਾ। ਪਗੜੀ ਜਿਹੜੀ ਦਸਤਾਰ ਹੁੰਦੀ ਹੈ ਉਹ 10 ਪੇਚ ਹੁੰਦੇ ਨੇ, ਉਹ ਵੱਡੀ ਹੁੰਦੀ ਹੈ। ਤੇ ਧਰ ਤਜਿਓ ਸਰਬ ਹੰਕਾਰਾ, ਉਹਨੂੰ ਧਾਰ ਕੇ ਮੈਂ ਸਾਰਾ ਹੰਕਾਰ ਛੱਡਿਆ ਹੈ। ਤੁਸੀਂ ਵੱਡੇ ਵੱਡੀਆਂ ਪੱਗਾਂ ਬੰਨੀਆਂ 10 15 ਮੀਟਰ ਦੀਆਂ 12 ਦੀਆਂ, ਕਿੱਡਾ ਹੰਕਾਰ। ਮੈਂ ਛੋਟੀ ਜੀ ਬੰਨੀ ਚੀਜ਼ ਇਹ ਸਿਰ ਤੇ, ਇਹ ਮੈਂ ਹੰਕਾਰ ਛੱਡਣ ਵਾਸਤੇ ਬੰਨੀ ਹੈ। ਹਰ ਹੋਈ ਈਰਖਾ ਕਰੋ ਕਿਨਾਇਤ, ਤੋ ਤੁਸੀਂ ਜਿਹੜੀ ਈਰਖਾ ਛੱਡੋ, ਪਹਿਲਾਂ ਕਰੋ ਕਿਨਾਇਤ ਹੁੰਦੀ ਸਬਰ। ਥੋੜਾ ਸਬਰ ਕਰੋ, ਐਵੇਂ ਇੱਥੇ ਆ ਕੇ ਹੰਕਾਰ ਕਰੀ ਜਾਂਦੇ ਹੋ। ਯਾਦ ਖੁਦਾਈ ਰੱਖੋ ਹਰ ਸਾਇਤ, ਸੋ ਬਾਬਾ ਪੀਰ ਗੁਰੂ ਨਾਨਕ ਜ਼ਾਹਰਾ ਪੀਰਾਨ ਪੀਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਰ ਘੜੀ ਹਮੇਸ਼ਾ ਹੀ ਖੁਦਾ ਨੂੰ ਯਾਦ ਰੱਖਿਆ ਕਰੋ। ਹੋਤ ਕੁਲ ਹੈ ਕੋ ਮੁਖ ਜੋ ਅੰਤਰ, ਸੋ ਜਿਵੇਂ ਟੋਪੀ ਦਾ ਮੂੰਹ ਹੈ ਨਾ, ਜਿਵੇਂ ਅੰਦਰ ਵਾਰ ਨੂੰ ਹੁੰਦਾ ਹੈ, ਨਿਜ ਅੰਤਰ ਕੋ ਸੋਧ ਨਿਰੰਤਰ, ਆਪਣੇ ਅੰਦਰ ਇੱਕ ਰਸ ਅੰਦਰ ਨੂੰ ਸੋਧ ਕਰੋ। ਆਪਣੀ ਪਹਿਲਾਂ ਅੰਦਰਲੇ
ਇਹ ਗੰਦਗੀ ਨੂੰ ਬਾਹਰ ਕੱਢੋ। ਚਾਰ ਤਰਕ ਕੇ ਕੁਲ ਹੈ ਬਣਾਏ, ਤੇ ਉਹ ਇਹ ਚਾਰ ਤਰਕ ਦੀਆਂ ਨੇ ਟਾਕੀਆਂ ਲਾਈਆਂ ਨੇ ਥੱਲੇ, ਇਹ ਕੁਲਾ ਬਣਾਉਣਾ ਕੀਤੀ 4 ਲੀਰਾਂ ਦੀ। ਚਾਰੋਂ ਤਰਕ ਦੇਤ ਸਮਝਾਏ, ਉਹ ਇਹ ਜਿਹੜੀਆਂ ਚਾਰੇ ਤਰਕਾਂ ਜਿਹੜੀਆਂ 4 ਟਾਕੀਆਂ ਸਮਝਾ ਦਿੰਦੀਆਂ ਨੇ। ਦੁਨੀ ਸੁਰਗ ਸੁਖ ਦੋ ਤਰਕੋਂ, ਸੰਸਾਰ ਤੇ ਸਵਰਗ ਦਾ ਸੁੱਖ ਜਿਹੜਾ ਦੋਵੇਂ ਤਰਕ ਕਰੋ, ਮਤਲਬ ਕਿ ਤਿਆਗ ਕਰੋ। ਮਾਨ ਜੇ ਮੋਹ ਲਿਪਟਾ ਲੈ ਪਾਏ ਨਾ ਉਰਕੋਂ, ਸੋ ਇਸ ਤਰੀਕੇ ਨਾਲ ਜਿਹੜਾ ਹੈ, ਸੋ ਕਹਿੰਦੇ ਹਨ ਕਿ ਮਾਨ ਜੇ ਮੋਹ ਲਿਪਾਏ ਨਾ ਉਰਕੋ, ਜਿਹੜਾ ਮਨ ਦੇ ਅੰਦਰ ਹੈ ਨਾ ਮਾਨ ਮੋਹ, ਤੇ ਲਿਪਾਏ ਮਾਨ ਨਾ ਕਰੋ, ਮਾਨ ਅਤੇ ਮੋਹ ਨੂੰ ਮਨ ਦੇ ਵਿੱਚ ਲਿਆਓ ਨਾ, ਇਹ ਤਿਆਗਣਾ ਕਰੋ। ਮਹਾਰਾਜ ਨੇ ਕਿਸੇ ਤਰੀਕੇ ਉਹਨਾਂ ਦਾ ਮਨ ਖਿੱਚਿਆ ਪਹਿਲਾਂ ਆਪਣੇ ਵੱਲ, ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਮਹਾਰਾਜ ਨੇ। ਸੁਣ ਕਰ ਹਾਜੀ ਬਹੁਰ ਅਲਾਈ, ਸੁਣ ਕਰ ਹਾਜੀ ਨੇ ਫਿਰ ਬਚਨ ਕਿਹਾ ਦੁਬਾਰਾ, ਖਫਣੀ ਰੀਤ ਕਹੋ ਕਿਉ ਪਾਈ, ਇਹ ਫਿਰ ਜਿਹੜੀ ਖਫਣੀ ਪਾਈ ਹੈ ਇਹ ਕਾਹਦੇ ਲਈ ਪਾਈ ਹੋਈ ਹੈ ਦੱਸੋ। ਤਬ ਸ੍ਰੀ ਗੁਰੂ ਨਾਨਕ ਬਚਨ ਬਖਾਨਾ, ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਿਹਾ, ਖਫਨੀ ਜਨ ਹੋ ਖਫਨ ਸਮਾਨਾ, ਇਹ ਖਫਣੀ ਹੈ, ਅਸੀਂ ਖਫਣ ਪਾਇਆ ਹੋਇਆ ਵੀ ਪਹਿਲਾਂ ਹੀ ਅਸੀਂ ਸੰਸਾਰ ਵੱਲੋਂ ਮੁਰਦੇ ਹੋ ਰਹੇ ਹਾਂ। ਮੁਰਦਾ ਹੋਏ ਸੋ ਖਫਨੀ ਪਾਵੈ, ਕਿਉਂਕਿ ਜਿਹੜਾ ਬੰਦਾ ਮੁਰਦਾ ਹੁੰਦਾ ਉਹੀ ਖਫਣੀ ਪਾਉਂਦਾ ਹੁੰਦਾ। ਗੁਰੂ ਗੋਰ ਕੇ ਵਿੱਚ ਸਮਾਵੈ, ਉਹ ਗੁਰੂ ਰੂਪੀ ਗੋਰ ਦੇ ਵਿੱਚ ਸਮਾਉਣ ਦਾ ਭਾਵ ਅੱਗੇ ਦੱਸਦੇ ਹਨ। ਅੰਗ ਹਲਾਏ ਨਾ ਆਪ ਜਣਾਵੈ, ਅੰਗ ਹਿਲਾ ਕੇ ਆਪਣਾ ਆਪ ਜਿਹੜਾ ਜਣਾਵੇ ਨਾ, ਗੁਰੂ ਦੇ ਅਧੀਨ ਹੀ ਹੋ ਜਾਵੇ। ਨਿਜ ਹੁਨਰ ਰਨ ਕੋ ਹਿਰਦੈ ਛਪਾਵੈ, ਆਪਣਾ ਜਿਹੜਾ ਹੁਨਰ ਹੁੰਦਾ, ਗੁਣ ਹੁੰਦਾ, ਉਹਨੂੰ ਮਨ ਦੇ ਅੰਦਰ ਛੁਪਾ ਲਵੇ ਅਤੇ ਆਪਣਾ ਆਪ ਕਦੇ ਜਣਾਵੇ ਨਾ। ਉਹਨੂੰ ਹੁੰਦਾ ਗੁਰੂ ਰੂਪੀ ਗੋਰ ਦੇ ਵਿੱਚ ਵੜ ਜਾਣਾ, ਗੁਰੂ ਰੂਪੀ ਕਬਰ ਵਿੱਚ ਸਮਾ ਜਾਣਾ, ਆਪਣਾ ਆਪ ਨਾ ਹਿਲਾਉਣਾ, ਆਪਣੇ ਗੁਣ ਛੁਪਾ ਕੇ ਰੱਖਣੇ, ਉਹਨਾਂ ਦਾ ਹੰਕਾਰ ਨਾ ਕਰਨਾ, ਇਹ ਮਤਲਬ ਹੁੰਦਾ ਇਹਦਾ। ਕਰਕੇ ਜਾਹਰ ਐਬ ਦਿਖਾਵੈ, ਜਿਹੜਾ ਬੰਦਾ ਜ਼ਾਹਰ ਕਰਕੇ ਐਬ ਦਿਖਾਉਂਦਾ ਆਪਣੇ, ਗੁਰੂ ਰਜਾਏ ਮੰਨੇ ਸੁਖ ਪਾਵੈ, ਸੋ ਗੁਰੂ ਦੀ ਰਜਾ ਮੰਨੇ ਸੁਖ ਪਾਉਂਦਾ। ਆਪਣੇ ਔਗਣਾਂ ਨੂੰ ਸਾਹਮਣੇ ਲਿਆਓ, ਉਹ ਠੀਕ ਹੈ, ਤੇ ਗੁਣ ਲੁਕੋ ਕੇ ਰੱਖੋ, ਔਗਣ ਬਾਹਰ ਕੱਢ ਦਿਓ। ਦੁਨੀਆ 'ਚ ਦੱਸੋ ਵੀ ਲੋਕੋ ਮੇਰੇ ਚਾਹ ਔਗਣਾ ਭਾਈ, ਔਗਣ ਕੋਈ ਦੱਸਦਾ ਨਹੀਂ, ਔਗਣ ਤਾਂ ਛਪਾ ਲਏ ਹਿਰਦੇ 'ਚ, ਗੁਣ ਦਿਖਾ ਕੇ ਟੌਰ ਬਣਾ ਲਿਆ ਆਪਣਾ। ਉਹ ਔਗਣ ਜਦੋਂ ਫਿਰ ਪਹਿਲਾਂ ਬੀਜ ਰੂਪ ਹੁੰਦੇ, ਫਿਰ ਬੂਟਾ ਬਣਦਾ, ਫਿਰ ਦਰਖਤ ਬਣਦਾ, ਜਦੋਂ ਫਿਰ ਵੱਡਾ ਦਰਖਤ ਬਣ ਜਾਂਦਾ ਔਗਣਾਂ ਦਾ, ਫਿਰ ਬੰਦੇ ਦਾ ਸਾਰਾ ਕੁਝ ਬਾਹਰ ਲੋਕਾਂ ਨੂੰ ਪ੍ਰਗਟ ਹੋ ਜਾਂਦਾ ਵੀ ਇਹ ਤਾਂ ਬੰਦਾ ਬਹੁਤ ਪਖੰਡੀ ਹੈ, ਨਿਕੰਮਾ ਆਦਮੀ ਹੈ। ਇਸ ਕਰਕੇ ਔਗਣ ਨਾ ਹਿਰਦੇ 'ਚ ਰੱਖੋ, ਔਗਣ ਬਾਹਰ ਕੱਢ ਦਿਓ, ਗੁਣਾਂ ਨੂੰ ਛੁਪਾ ਕੇ ਰੱਖੋ। ਦੁਨੀਆ ਦੇ ਅੰਦਰ ਇਹਨਾਂ ਗੁਣਾਂ ਦਾ ਹੰਕਾਰ ਨਾ ਕਰੋ। ਨਾਮ ਹਮਾਰਾ ਨਾਨਕ ਜਾਨੋ, ਸਾਡਾ ਤੁਸੀਂ ਨਾਮ ਪੁੱਛਦੇ ਹੋ, ਨਾਨਕ ਨਾਮ ਹੈ ਮੇਰਾ। ਮੱਕੇ ਕੋ ਆਪ ਕਿਆ ਪਰਸਥਾਨੋ, ਹੁਣ ਅਸੀਂ ਮੱਕੇ ਨੂੰ ਜਾਣਾ ਕਰਦੇ ਹਾਂ, ਜਾਵਾਂਗੇ ਉਧਰ ਨੂੰ। ਸੁਨ ਸਭ ਹਾਜੀ ਮਨ ਮਹਿ ਚੀਨਾ, ਸੁਣ ਕੇ ਸਾਰੇ ਹਾਜੀਆਂ ਨੇ ਮਨ ਦੇ ਅੰਦਰ ਚੀਨਾ ਹੁੰਦਾ ਜਾਣਿਆ। ਇਹ ਹਿੰਦੂ ਕੋ ਬੋਲ ਪ੍ਰਵੀਨਾ, ਇਹ ਹਿੰਦੂ ਦਾ ਬੋਲ ਲੱਗਦਾ ਹੈ ਸਿਆਣਾ। ਮਿਲ ਕਰ ਹਮਰੇ ਸੰਗ ਮਝਾਰੇ, ਸਾਡੇ ਨਾਲ ਮਿਲ ਕਰਕੇ ਵਿੱਚ ਸਾਡੇ, ਕਾਬੇ ਚਲਿਓ ਚਹਿਤ ਮਗ ਭਾਰੇ, ਇਹ ਭਾਰੀ ਰਸਤਾ ਹੈ ਕਾਬੇ ਦਾ, ਉੱਥੇ ਜਾਣਾ ਚਾਹੁੰਦਾ ਹੈ। ਦੇ ਜਵਾਬ ਇਸ ਕਰਹਿ ਨਿਰਾਲਾ, ਇਹਨੂੰ ਜਵਾਬ ਦਈਏ ਪਰ ਇਹ ਨਿਰਾਲਾ ਕਰੀਏ, ਇਹਨੂੰ ਜਾਣ ਹੀ ਨਹੀਂ ਦਿੰਦੇ ਆਪਾਂ। ਭਲੀ ਨਾ ਬਾਤ ਚਲਹਿ ਜੇ ਨਾਲਾ, ਇਹ ਚੰਗੀ ਗੱਲ ਹੈ ਜੇ ਨਾਲ ਨਾ ਹੀ ਜਾਵੇ। ਜੋ ਮਸਲਤ ਕਰ ਬੋਲੇ ਬੈਨਾ, ਇਸ ਤਰ੍ਹਾਂ ਸਲਾਹ ਕਰਕੇ ਉਹ ਬਚਨ ਬੋਲੇ। ਮੰਦ ਨ ਸਮਝ ਹੈ ਇਹ ਗੁਣ ਐਨਾ, ਮੰਦੀ ਬੁੱਧੀ ਵਾਲੇ ਲੋਕ ਨਹੀਂ ਸਮਝਦੇ ਵੀ ਗੁਣਾਂ ਦਾ ਖਜ਼ਾਨਾ ਗੁਰੂ ਨਾਨਕ ਦੇਵ ਜੀ ਨੇ, ਇਹ ਮੂਰਖ ਲੋਕ ਸਮਝਦੇ ਨਹੀਂ ਹਨ। ਮੱਕੇ ਕੇ ਮਗ ਅਸ ਇੱਕ ਥਾਨਾ, ਮੱਕੇ ਦੇ ਰਸਤੇ ਵਿੱਚ ਇਹੋ ਜਿਹਾ ਇੱਕ ਥਾਂ ਸੀ, ਚੜ ਜਹਾਜ਼ ਪਰ ਕਰਤ ਪਿਆਨਾ, ਉੱਥੋਂ ਜਹਾਜ਼ ਚੜ ਕੇ ਅੱਗੇ ਜਾਣਾ ਪੈਂਦਾ ਹੈ। ਤਹਾਂ ਜਬ ਕਲਮਾ ਦੇਤ ਪੜਾਈ, ਉੱਥੇ ਜਦੋਂ ਕਲਮਾ ਪੜਾਉਂਦੇ ਹਨ ਤਬ ਜਹਾਜ਼ ਪਰ ਲੇਤ ਚੜਾਈ, ਤਾਂ ਉਸ ਵਕਤ ਜਹਾਜ਼ ਦੇ ਉੱਤੇ ਚੜਾ ਕੇ ਅੱਗੇ ਲਿਜਾਂਦੇ ਹਨ। ਹਿੰਦਨ ਕਲਮਾ ਕਰਤ ਉਚਾਰਾ, ਹਿੰਦੂ ਜਿਹੜੇ ਨੇ ਉਹ ਕਲਮਾ ਉੱਥੇ ਪੜ੍ਹਦੇ ਨਹੀਂ ਹਨ ਜਾ ਕੇ। ਜਾਂ ਤੇ ਹਮ ਤੇ ਜਾਓ ਨਿਰਾਰਾ, ਇਸ ਕਰਕੇ ਤੂੰ ਨਿਰਾਲਾ ਜਾ, ਕਿਉਂਕਿ ਤੈਨੂੰ ਕਲਮਾ ਤਾਂ ਆਉਂਦਾ ਹੀ ਨਹੀਂ ਪੜ੍ਹਨਾ, ਮਹਾਰਾਜ ਨੂੰ ਵੱਖਰਾ ਕਰਨ ਲੱਗੇ ਨੇ। ਸੁਣ ਕਰ ਸ੍ਰੀ ਮੁਖ ਸੋ ਮੁਸਕਾਨੇ, ਸੁਣ ਕੇ ਗੁਰੂ ਸਾਹਿਬ ਜੀ ਮੁਖ ਚੋਂ ਮੁਸਕਰਾਏ। ਇਸ ਤਰ੍ਹਾਂ 306 ਬਚਨ ਬਖਾਨੇ, ਉਹਨਾਂ ਨਾਲ ਫਿਰ ਇਹੋ ਜਿਹੇ ਬਚਨ ਕੀਤੇ। ਜਨਮਿਓ ਜਬ ਕੋ ਸੰਗ ਨ ਆਇਓ, ਮਹਾਰਾਜ ਕਹਿੰਦੇ ਮੈਨੂੰ ਤੁਸੀਂ ਅੱਡ ਕੀ ਕਰਨਾ, ਜਦੋਂ ਬੰਦਾ ਜੰਮਦਾ ਕਿਹੜਾ ਕਿਸੇ ਨੂੰ ਨਾਲ ਲੈ ਕੇ ਆਉਂਦਾ, ਉਦੋਂ
ਮਰਨੇ ਕਾਲ ਨਾ ਸੰਗ ਸਦਾਇਓ। ਫਿਰ ਮਰਨ ਵੇਲੇ ਕਿਹੜਾ ਕੋਈ ਨਾਲ ਜਾਂਦਾ ਕਿਸੇ ਦੇ, ਜਿਹੜਾ ਤੁਸੀਂ ਕਹਿੰਦੇ ਤੈਨੂੰ ਕੱਲਾ ਕਰ ਦੇਣਾ। ਆਏ ਅਕੇਲਾ ਜਾਤ ਅਕੇਲਾ, ਆਉਂਦਾ ਵੀ ਇਕੱਲਾ ਹੀ ਆ ਬੰਦਾ, ਜਾਂਦਾ ਵੀ ਇਕੱਲਾ ਹੀ ਹੈ। ਜਿਉ ਸਮਝੇ ਮਨ ਹੋਤ ਸਹੇਲਾ, ਜੇ ਮਨ ਅੰਦਰ ਗੱਲ ਸਮਝ ਲੈ ਤਾਂ ਬੰਦਾ ਸੌਖਾ ਹੋ ਜਾਂਦਾ ਇਹਨਾਂ ਗੱਲਾਂ ਨਾਲ। ਸੁਨ ਕਰ ਬਸਤਾ ਰਹਿਨ ਬਤਾਈ, ਸੋ ਸੁਣ ਕਰਕੇ ਸਾਰੀਆਂ ਗੱਲਾਂ ਉੱਥੇ ਰਾਤ ਬਤੀਤ ਕੀਤੀ। ਬਹਿਰੋਂ ਜਾ ਪ੍ਰਭਾਤ ਹਵੈ ਆਈ, ਫੇਰ ਜਦੋਂ ਪ੍ਰਭਾਤ ਵੇਲਾ ਹੋ ਆਇਆ, ਉਠ ਕਰ ਹਾਜੀ ਪੰਥ ਸੇ ਧਾਰੇ। ਹਾਜੀ ਜਿਹੜੇ ਸੀ ਉਹ ਉੱਠ ਕਰਕੇ ਉਸ ਵਕਤ ਚੱਲੇ, ਆਪਨ ਸਾਥੀ ਪ੍ਰਭ ਹਟਕਾਰੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣੇ ਨਾਲੋਂ ਵੱਖਰਾ ਕਰ ਲਿਆ। ਮਰਦਾਨੇ ਸੋ ਬਚਨ ਬਖਾਨਾ, ਭਾਈ ਮਰਦਾਨੇ ਦੇ ਨਾਲ ਇਸ ਤਰ੍ਹਾਂ ਬਚਨ ਕਿਹਾ, ਹਿੰਦੂ ਕੋ ਤਹ ਹੋਏ ਨਾ ਜਾਣਾ। ਸੋ ਹਿੰਦੂ ਦਾ ਉੱਥੇ ਜਾਣਾ ਨਹੀਂ ਹੁੰਦਾ। ਮੱਕੇ ਦੇਖਣ ਮਹਿ ਪ੍ਰਤਬੰਧਾ, ਮੱਕਾ ਦੇਖਣ ਵਿੱਚ ਬੜਾ ਰੋਕ ਲੱਗੀ ਹੋਈ ਹੈ। ਕਹੋ ਅਬ ਕਿਹ ਵਿਦ ਗਮਨੋ ਪੰਦਾ, ਦੱਸ ਹੁਣ ਕਿਵੇਂ ਚੱਲੀਏ? ਤੂੰ ਕਹਿਣਾ ਸੀ ਮੈਂ ਮੱਕਾ ਦੇਖਣਾ, ਨਹੀਂ ਜਾ ਸਕਦੇ ਆਪਾਂ ਉੱਥੇ। ਉਤੇ ਤੁਰਕ ਸੇ ਪੰਥ ਪਧਾਰੇ, ਉਹ ਜਿਹੜੇ ਤੁਰਕ ਸੀ ਦੇਖ ਲਾ, ਉਹ ਚਲੇ ਗਏ ਹਨ ਉਸ ਰਸਤੇ। ਸੁਨ ਮਰਦਾਨੇ ਬੈਨ ਉਚਾਰੇ, ਸੁਣ ਕੇ ਭਾਈ ਮਰਦਾਨੇ ਨੂੰ ਪਰਖਦੇ ਹੀ ਸੀ ਮਹਾਰਾਜ, ਦੇਖਦੇ ਕੀ ਕਹਿੰਦਾ। ਉਸ ਵਕਤ ਬੋਲਿਆ, ਤੀਨ ਲੋਕ ਕੇ ਵਿਖੈ ਨ ਕੋਏ, ਤਿੰਨਾਂ ਲੋਕਾਂ ਵਿੱਚ ਨਹੀਂ ਹੈ ਕੋਈ, ਰਾਵਰ ਕੋ ਵਰਜ ਹੈ ਮਗ ਜੋਏ। ਜਿਹੜਾ ਤੁਹਾਡਾ ਰਸਤਾ ਰੋਕ ਸਕੇ, ਤੁਹਾਨੂੰ ਜਾਣ ਤੋਂ ਕੌਣ ਰੋਕ ਸਕਦਾ ਕਿਤੇ ਵੀ। ਤੁਰਕ ਜੇ ਵਪਰੇ ਕੌਣ ਅਗਾਰੇ, ਇਹ ਤੁਰਕ ਬੱਪੜੇ ਵਿਚਾਰੇ ਕੀ ਚੀਜ਼ ਹੈ ਤੁਹਾਡੇ ਸਾਹਮਣੇ। ਤੁਮਰੇ ਸਨਮੁਖ ਹਵੈ ਵਲ ਧਾਰੇ, ਤੁਹਾਡੇ ਸਾਹਮਣੇ ਬਲ ਧਾਰ ਕੇ ਕੋਈ ਨਹੀਂ ਆ ਸਕਦਾ। ਕਿਰਪਾ ਧਾਰ ਮੁਝ ਦੇਹੋ ਦਿਖਾਈ, ਮੈਨੂੰ ਕਿਰਪਾ ਕਰਕੇ ਦਿਖਾ ਦਿਓ, ਤੁਸੀਂ ਹੁਣੇ ਆਓ ਨਾ ਕਰੋ। ਨਹਿ ਬਲਾਉ ਕੀਜੈ ਜਗ ਸਾਈ, ਇਹ ਜਗ ਦੇ ਮਾਲਕ ਟਾਲਾ ਨਾ ਕਰੋ ਹੁਣ ਤੁਸੀਂ। ਸੁਨ ਸ੍ਰੀ ਮੁਖ ਤੇ ਵਿਖਸੇ ਨਾਥਾ, ਸੁਣ ਕੇ ਸ਼੍ਰੋਮਣੀ ਮੁਖ ਵਿੱਚੋਂ ਨਾਥ ਮਾਲਕ ਜੀ ਖੁਸ਼ ਹੋ ਗਏ। ਬੋਲਤ ਭੇ ਮਰਦਾਨੇ ਸਾਥਾ, ਭਾਈ ਮਰਦਾਨੇ ਦੇ ਨਾਲ ਸਤਿਗੁਰੂ ਇਸ ਤਰ੍ਹਾਂ ਮੁਸਕਰਾ ਕੇ ਬੋਲੇ, ਤੁਝੇ ਬਲੋਕਨ ਚਾਹੇ ਜਰੂਰੇ। ਤੇਰੀ ਚਾਹਨਾ ਹੈ ਮਰਦਾਨਿਆਂ ਦੇਖਣ ਦੀ, ਚੱਲ ਤੇਰੀ ਇੱਛਾ ਵੀ ਪੂਰੀ ਕਰ ਦੀ। ਗਾਉ ਸ਼ਬਦ ਪ੍ਰਭ ਕੇ ਗੁਣ ਰੂਰੇ, ਚੱਲ ਫਿਰ ਕਰ ਕੀਰਤਨ, ਕੀਰਤਨ ਕਰ, ਸੋਹਣੇ ਸੋਹਣੇ ਸ਼ਬਦ ਗਾ ਰੱਬ ਦੇ। ਕਰਤ ਸਭਨ ਕੇ ਆਸਾ ਪੂਰਨ, ਉਹ ਜਿਹੜੀ ਸ਼ਬਦ ਆ, ਜਿਹੜੀ ਬਾਣੀ, ਜਿਹੜਾ ਕੀਰਤਨ ਹੈ ਨਾ, ਇਹੀ ਸਾਰਿਆਂ ਦੀ ਆਸਾ ਪੂਰੀ ਕਰਦਾ। ਜਿਹੜਾ ਬੰਦਾ ਸ਼ਬਦ ਪੜ੍ਹੇ, ਕੀਰਤਨ ਕਰੇ, ਉਹਦੀ ਇੱਛਾ ਮਰਦਾਨਿਆਂ ਪੂਰੀ ਹੋ ਜਾਂਦੀ ਹੈ। ਢੇਰ ਬਾਬ ਗਾਵੋ ਅਬ ਤੁਰਨ, ਸੋ ਛੇਤੀ ਦੇ ਨਾਲ ਹੁਣ ਗਾਉਣਾ ਕਰ ਫਿਰ ਸ਼ਬਦ। ਸੁਨ ਹਰਖਿਓ ਹਿਰਦੈ ਮਰਦਾਨਾ, ਸੁਣ ਕੇ ਭਾਈ ਮਰਦਾਨਾ ਜੀ ਬਹੁਤ ਖੁਸ਼ ਹੋਏ ਮਨ ਵਿੱਚ। ਜੰਤਰ ਵਜਾਏ ਕੀਨ ਮੁਖ ਗਾਨਾ, ਸੋ ਉਸ ਵਕਤ ਆਪਣੀ ਰਬਾਬ ਵਜਾ ਕੇ ਗਾਉਣਾ ਕੀਤਾ ਸ਼ਬਦ। ਪ੍ਰੇਮ ਸੰਗ ਸੁਰ ਰਾਗ ਵਸਾਇਓ, ਪ੍ਰੇਮ ਦੇ ਨਾਲ ਐ ਸੁਰ ਕਰਕੇ ਫਿਰ ਰਾਗ ਵਸਾ ਕੇ ਚੰਗੀ ਤਰ੍ਹਾਂ ਗਾਇਆ। ਰੀਜ ਰੀਜ ਉੱਚੀ ਤੁਨ ਗਾਇਓ, ਰੀਜ ਰੀਜ ਕੇ ਇੱਕ ਮਨ ਹੋ ਕੇ ਸ਼ਬਦ ਗਾਇਨ ਕੀਤੇ। ਫਿਰ ਸਰਬ ਸ਼ਬਦ ਕੋ ਪੜ ਕਰ ਜਬਹਿ, ਸਾਰੇ ਸ਼ਬਦ ਜਿੰਨੇ ਕੰਠ ਸਨ ਪੜ ਲਏ ਜਦੋਂ। ਗਰੀਬ ਨਵਾਈ ਨਮੋ ਕਿਆ ਤਬਹਿ, ਉਸ ਵਕਤ ਗਰਦਨ ਨੀਵੀਂ ਕਰਕੇ ਸਿਰ ਝੁਕਾਇਆ, ਸ਼ਬਦਾਂ ਦਾ ਸਤਿਕਾਰ ਕੀਤਾ। ਸਿਰ ਉੱਚੋ ਕਰ ਨੈਣ ਪਸਾਰੇ, ਜਦੋਂ ਸਿਰ ਉੱਚਾ ਕਰਕੇ ਭਾਈ ਮਰਦਾਨੇ ਨੇ ਅੱਖਾਂ ਖੋਲੀਆਂ, ਦੇਖ ਮੱਕੇ ਕੇਰ ਮੁਰਨਾਰੇ। ਉਹ ਮੱਕੇ ਕੋਲੇ ਪਹੁੰਚ ਗਏ। ਉਹ ਬੈਠੇ ਬੈਠੇ ਮਹਾਰਾਜ ਨੇ ਉੱਥੇ ਪਹੁੰਚਾ ਤੇ ਕੀਰਤਨ ਦੇ ਨਾਲ ਹੀ ਪਹੁੰਚ ਕੇ ਸੱਚੇ ਪਾਤਸ਼ਾਹ, ਜਿਵੇਂ ਸਿੱਧਾਂ ਨੇ ਪੁੱਛਿਆ ਸੀਗਾ, ਇਹ ਸੁਮੇਰ ਪਰਬਤ ਤੇ ਕੋਈ ਜਾ ਨਹੀਂ ਸਕਦਾ, ਉਹ ਦਿਖਦਾ ਵੀ ਨਹੀਂ ਹੈਗਾ। ਤਾਈਓ ਜਿਹੜੇ ਵਿਦਵਾਨ ਨੇ ਉਹ ਕਿਤਾਬਾਂ 'ਚ ਲਿਖਦੇ ਆ ਕਿ ਸੁਮੇਰ ਪਰਬਤ ਹੈ ਨਹੀਂ ਕੋਈ, ਐਵੇਂ ਨਾਂ ਲਈ ਜਾਂਦੇ। ਸੁਮੇਰ ਪਰਬਤ ਵੀ ਦਿਵ ਦ੍ਰਿਸ਼ਟੀ ਨਾਲ ਹੀ ਦਿਖਦਾ ਅਸਲ 'ਚ। ਸੋ ਹੋਰ ਢੰਗ ਜੇ ਦਾ ਹੀ ਆ। ਉਹ ਜਦੋਂ ਉੱਥੇ ਗਏ ਤਾਂ ਕਹਿੰਦੇ ਮਹਾਰਾਜ ਨੂੰ ਸਿੱਧ ਕਹਿਣ ਲੱਗੇ, ਤੁਸੀਂ ਇੱਥੇ ਕਿਵੇਂ ਆ ਸਕਦੇ, ਕਿਵੇਂ ਆਏ, ਤੇ ਕਿਹੜੀ ਸ਼ਕਤੀ ਲਿਆਈ, ਇੱਥੇ ਕੋਈ ਆ ਹੀ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਬਾਣੀ ਸੰਗਤ ਬਿਨਾ ਓਟ ਨਹੀਂ ਹੈ ਰਾਈ। ਇੱਕ ਤੁਹਾਨੂੰ ਗੁਰਬਾਣੀ ਦੀ ਤੇ ਇੱਕ ਸਾਧ ਸੰਗਤ ਦਾ ਆਸਰਾ, ਉਹਦੇ ਤੇ ਆਏ। ਮਰਦਾਨੇ ਨੂੰ ਮਹਾਰਾਜ ਨੇ ਇਹ ਨਹੀਂ ਕਿਹਾ ਮੈਂ ਤੈਨੂੰ ਲੈ ਚੱਲਦਾ, ਪੜ ਮਰਦਾਨਿਆਂ, ਕਰ ਅੱਖਾਂ ਬੰਦ, ਸ਼ਬਦ ਪੜ। ਸ਼ਬਦ ਪੜਦੇ 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 ਜਦ ਅੱਖਾਂ ਖੋਲੀਆਂ ਤਾਂ ਮੱਕੇ ਬੈਠੇ ਆ। ਉਹ ਮਹਾਰਾਜ ਇਹ ਤਾਂ ਸਾਹਮਣੇ ਮੈਨੂੰ ਸਾਰਾ ਕੁਝ ਨਜ਼ਰ ਆ ਰਿਹਾ, ਬੜੇ ਬੜੇ ਮਨਾਰੇ ਦਿਖ ਰਹੇ ਨੇ। ਬੂਝਤ ਪਾਏ ਕੌਣ ਸਥਾਨਾ, ਮਹਾਰਾਜ ਇਹ ਕਿੱਥੇ ਆ ਗਏ, ਕਿਹੜਾ ਥਾਂ ਸਾਹਮਣੇ ਜੀ। ਦੇਖਿਆ ਪਿੱਖਿਆ ਤਾਂ ਧੌਲਰ ਸੁੰਦਰ ਨਾਨਾ, ਮਹਾਰਾਜ ਦਿਖਾਈ ਦਿੰਦੇ ਨੇ ਵੱਡੇ ਵੱਡੇ ਮਹਿਲ ਇੱਥੇ ਜੀ। ਕਮਲ ਬੰਧਨ ਸੁਨ ਕਰ ਤੇ ਬੈਨਾ, ਕਮਲ ਬਦਨ ਗੁਰੂ ਨਾਨਕ ਦੇਵ ਜੀ, ਕਮਲ ਸਰੀਖੇ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਬਚਨ ਸੁਣੇ ਜੀ, ਸਤ ਬੋਲੇ ਸ੍ਰੀ ਗੁਣ ਐਨਾ, ਹੱਸ ਕੇ ਬੋਲੇ ਸ੍ਰਿਸ਼ਟੀ ਦੇ ਮਾਲਕ, ਮੱਕਾ ਆਵੈ ਯਾਰਤ ਤੇਰੇ। ਮਰਦਾਨਿਆਂ ਜੋ ਕਹਿੰਦਾ ਸੀ ਨਾ ਮੱਕਾ ਦੇਖਣਾ, ਮੱਕਾ ਸਾਹਮਣੇ ਮੱਕਾ ਹੀ ਆ, ਕਰ ਲੈ ਯਾਤਰਾ, ਦੇਖ ਲੈ ਮੱਕਾ, ਕਰ ਲੈ ਦਰਸ਼ਨ। ਇਹ ਸ਼ਬਦ ਹੈ, ਸ਼ਬਦ।
ਸ਼ਬਦ ਜਿੱਥੇ ਚਾਹੇ ਲਿਜਾ ਸਕਦਾ। ਸ਼ਬਦ ਤਿੰਨਾਂ ਲੋਕਾਂ ਦਾ ਮਾਲਕ ਹੈ। ਸ਼ਬਦ ਪ੍ਰਲੋਕ ਲੈ ਜਾਂਦਾ, ਸ਼ਬਦ ਪਤਾਲ 'ਚ ਲੈ ਜਾਂਦਾ, ਸ਼ਬਦ ਇੱਥੇ ਲੈ ਜਾਂਦਾ। ਸ਼ਬਦ ਵਿੱਚ ਇੰਨੀ ਸ਼ਕਤੀ ਹੈ ਮਰਦਾਨਿਆਂ ਕਿ ਸ਼ਬਦ ਮੱਕੇ ਲੈ ਆਇਆ ਆਪਾਂ ਨੂੰ। ਚਹਿਤ ਜੋ ਮਨ ਉਠ ਲੀਜੈ ਹੇਰੇ। ਚਾਹ ਫਿਰ ਤੇਰੇ ਮਨ ਦੀ ਹੁਣ ਚਾਹਨਾ ਨਾ ਕਿ ਜਾ ਦੇਖ ਕਰ ਲੈ ਦਰਸ਼ਨ ਚੰਗੀ ਤਰ੍ਹਾਂ ਹੁਣ। ਹਰਖਾ ਸੁਨ ਖਰ ਭਾਵਨ ਭਾਵਾ। ਬਹੁਤ ਖੁਸ਼ ਹੋਇਆ, ਮਨ ਭਾਉਂਦਾ ਮੇਰੀ ਇੱਛਾ ਪੂਰੀ ਹੋ ਗਈ ਜੀ। ਹਿਤ ਦੇਖਣ ਕੇ ਚਿੱਤ ਲਲਚਾਵਾ। ਦੇਖਣ ਵਾਸਤੇ ਜਿਹੜਾ ਸੀ ਚਿੱਤ ਬਹੁਤ ਲਲਚਾਇਆ। ਮਰਦਾਨੇ ਕੇ ਚਿੱਤ ਕੀ ਜਾਨੀ। ਭਾਈ ਮਰਦਾਨੇ ਦੇ ਚਿੱਤ ਦੀ ਗੁਰੂ ਸਾਹਿਬ ਜੀ ਨੇ ਜਾਣ ਲਈ। ਉਠਤ ਭਏ ਤਬ ਹੀ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਉੱਠ ਕੇ ਖੜੇ ਹੋ ਗਏ। ਮੰਦ ਮੰਦ ਪਦ ਸੁੰਦਰ ਚਾਲੇ। ਹੌਲੀ ਹੌਲੀ ਸੱਚੇ ਪਾਤਸ਼ਾਹ ਸੁੰਦਰ ਚਾਲੀ ਵਿੱਚ ਚੱਲ ਪਏ। ਬੈਠੇ ਜਾਏ ਸਮੀਪ ਦੇਵਾਲੀ। ਸੋ ਦੀਵਾਲੀ ਇੱਥੇ ਦੀਵਾਰ ਹੈ, ਦੀਵਾਰ ਦੇ ਨੇੜੇ ਬੈਠ ਗਏ। ਹਾਜੀ ਵੇਖ ਕਰੇ ਤਿਹ ਥਾਏ। ਉੱਥੇ ਹਾਜੀ ਆਪਣਾ ਵੇਖ ਕਰਦੇ, ਲਿਬਾਸ ਬਣਾਉਂਦੇ ਨੇ। ਕੀਨੇ ਆਸਨ ਗੁਰੂ ਸੁਹਾਏ। ਸਤਿਗੁਰੂ ਜੀ ਨੇ ਵੀ ਫਿਰ ਉੱਥੇ ਆਪਣਾ ਆਸਣ ਲਾ ਲਿਆ। ਤੇਛਨ ਸ਼ਬਦ ਬਸੰਤ ਮਝਾਰਾ। ਬਸੰਤ ਰਾਗ ਦਾ ਸ਼ਬਦ ਮਹਾਰਾਜ ਨੇ ਫਿਰ ਉੱਥੇ ਪੜ੍ਹਿਆ ਹੈ। ਉੱਚ ਸੁਰ ਸੋਂ ਕਿਆ ਗਾਨ ਉਚਾਰਾ। ਉੱਚੀ ਸੁਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਸ਼ਬਦ ਉੱਥੇ ਉਚਾਰਨ ਕੀਤਾ ਹੈ। ਬਸੰਤ ਹੰਡੋਲ ਮਹੱਲਾ ਪਹਿਲਾ ਘਰ ਦੂਜਾ। ਬਸੰਤ ਰਾਗ ਦੇ ਵਿੱਚ ਬਸੰਤ ਦੀ ਜਾਤੀ ਬਸੰਤ ਹਿੰਡੋਲ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਸ਼ਬਦ ਹੈ। ਦੂਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। 9 7 14 ਹੈ 3 4 4 ਕਰ ਮਹਲਤ 4 ਬਹਾਲੇ। 9 7 14 ਹੈ 3 4 ਕਰ ਮਹਿਲਤ 4 ਬਹਾਲੀ। ਇਹਦੇ 'ਚ ਦੱਸਿਆ ਕਿ 9 ਖੰਡ 7 ਦੀਪ ਤੇ 14 ਪੁਰੀਆਂ ਜਿਹੜੀਆਂ ਹਨ, ਇਸ ਢੰਗ ਨਾਲ 14 ਭਵਨ ਜਿੰਨੇ ਬਣਾਏ ਨੇ ਪਰਮਾਤਮਾ ਨੇ। ਸੋ 3 ਗੁਣਾ ਜਿਹੜੇ ਨੇ ਬਣਾਏ ਨੇ, ਤਿੰਨੇ ਗੁਣ 4 ਵੇਦ ਕਰ ਰਾਖੀ ਰਚਨ ਰਚਾਏ। ਇਹ ਸਾਰੀ ਰਚਨਾ ਪਰਮਾਤਮਾ ਨੇ ਜਿਹੜੀ ਹੈ ਨਾ ਰਚਨਾ ਕੀਤੀ ਹੈ। ਚਾਰੇ ਦੇਵੇ ਚਾਹ ਹਾਥ ਦੇ ਏਕਾ ਇੱਕ ਏਕਾ ਵਾਰੇ। ਚਾਰੇ ਦੀਵੇ 4 ਯੁੱਗਾਂ ਵਿੱਚ ਦਿੱਤੇ ਨੇ। ਚੌਹਾਂ ਦੇ ਹੱਥ, 4 ਯੁੱਗਾਂ ਦੇ ਹੱਥ 4 ਦੀਵੇ ਫੜਾਏ ਨੇ। 4 ਭਾਵ ਵੇਦਾਂ ਦੀ ਰਚਨਾ ਕੀਤੀ ਹੈ। ਇਸ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਰਚੀ ਹੈ। ਮਿਹਰਬਾਨ ਮਧੂਸੂਦਨ ਮਾਧੋ ਐਸੇ ਸਖਤ ਤੁਮਾਰੇ। ਸਾਰਿਆਂ ਉੱਤੇ ਮਿਹਰ ਕਰਨ ਦੀ ਬਾਣ ਹੁੰਦੀ ਆਦਤ ਮਿਹਰਬਾਨ ਪਰਮਾਤਮਾ ਮਧੂਸੂਦਨ ਹੁੰਦਾ। ਸੂਦਨ ਨਾਮ ਹੁੰਦਾ ਕੱਟਣ ਦਾ। ਮਧ ਦੈਂਤ ਸੀ, ਇਹਨੂੰ ਕੱਟਣਾ। ਪਰਮੇਸ਼ਰ ਦਾ ਨਾਮ ਹੀ ਮਧੂਸੂਦਨ। ਮਾਧਵ ਮਾਇਆ ਦਾ ਧੌਪਤੀ। ਇਹ ਪ੍ਰਮਾਤਮਾ ਇਹ ਜੀ ਤੁਹਾਡੀ ਸ਼ਕਤੀ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਘਰ ਘਰ ਲਸਕਰ ਪਾਵਕ ਤੇਰਾ ਧਰਮ ਕਰੇ ਸਿੱਖਦਾਰੇ। ਘਰ ਘਰ ਦੇ ਵਿੱਚ ਤੇਰਾ ਜਿਹੜਾ ਲਸ਼ਕਰ ਫੈਲਿਆ ਹੋਇਆ ਹੈ ਔਰ ਤੇਰਾ ਜਿਹੜਾ ਧਰਮ ਹੈ ਉਹ ਸਿੱਖਦਾਰੀ ਕਰਦਾ, ਸਿੱਕਾ ਚੱਲਦਾ ਤੇਰੇ ਧਰਮ ਦਾ। ਘਰ ਘਰ ਲਸ਼ਕਰ ਪਾਵਕ ਤੋਂ ਭਾਵ ਅਗਨੀ ਜਿਹੜੀ ਹੈ ਇਹੀ ਤੇਰਾ ਲਸ਼ਕਰ ਹੈ। ਧਰਤੀ ਦੇਗ ਮਿਲਾ ਇੱਕ ਵੇਰਾ ਭਾਗ ਤੇਰਾ ਭੰਡਾਰੀ। ਧਰਤੀ ਉੱਤੇ ਦੇਗ ਇੱਕੋ ਵਾਰ ਪਾਤੀ, ਜਿੰਨਾ ਲੰਗਰ ਪਾਉਣਾ ਸੀ ਸਾਰਾ ਬੰਦਿਆਂ ਦੇ ਮਸਤਕਾਂ ਤੇ ਵੀ ਜੋ ਕੁਛ ਪਾਇਆ ਸੋ ਇੱਕਾ ਵਾਰ। ਭਾਗ ਤੇਰਾ ਭੰਡਾਰੀ। ਭੰਡਾਰੀ ਕੌਣ? ਆਪਣਾ ਜਿਹੜਾ ਮੱਥੇ ਤੇ ਲਿਖਿਆ ਹੋਇਆ ਭਾਗ ਹੈ। ਭਾਗ ਐਸਾ ਪਾਤਾ ਜਿਹਨੇ ਜਿੰਨਾ ਖਾਣਾ ਪਹਿਰਨਾ ਪੀਣਾ ਸਾਹ ਲੈਣੇ ਸਭ ਇੱਕੋ ਵਾਰੀ ਪਾਇਆ ਹੋਇਆ। ਨਾ ਸਬੂਰ ਹੋਵੇ ਫਿਰ ਮੰਗੈ ਨਾਰਦ ਕਰੇ ਖੁਆਰੀ। ਕਿਉਂਕਿ ਫਿਰ ਜਿਹੜਾ ਮਨ ਦੇ ਅੰਦਰ ਸਬਰ ਨਹੀਂ ਹੁੰਦਾ, ਫਿਰ ਜਿਹੜਾ ਮੰਗਦਾ ਉਹ ਖੁਆਰ ਹੀ ਖੁਆਰ ਹੁੰਦਾ ਹੈ। ਇਸ ਤਰੀਕੇ ਨਾਲ ਕਿਉਂਕਿ ਕਵੀ ਜੀ ਨੇ ਸਾਰੇ ਅਰਥ ਅੱਗੇ ਕਰਨੇ ਨੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਇਸ ਤਰੀਕੇ ਨਾਲ ਫਰਮਾਉਂਦੇ ਹਨ। ਦੋਹਰਾ 9 ਖੰਡ ਔ 7 ਦੀਪ ਜੋ 14 ਹੈ ਪੁਰੀ ਬਣਾਏ। 9 ਖੰਡ 7 ਦੀਪ 14 ਪੁਰੀਆਂ ਜਿਹੜੀਆਂ ਬਣਾਈਆਂ ਹਨ। 3 ਗੁਣਾ ਚਹ ਵੇਦ ਕਰ ਰਾਖੀ ਰਚਨ ਰਚਾਏ। 3 ਗੁਣ 4 ਵੇਦ ਇਹ ਸਾਰੀ ਰਚਨਾ ਪ੍ਰਮਾਤਮਾ ਨੇ ਬਣਾਈ ਹੈ। ਜਹ ਜੁਗ ਕੇ ਦੇਵ ਕੁਚਤਰ ਕਰਤ ਉਜਾਲਾ ਵੇਦ। ਸੋ 4 ਯੁੱਗਾਂ ਦੇ 4 ਵੇਦ ਚਾਨਣ ਕਰਨ ਵਾਸਤੇ ਉਜਾਲਾ ਕਰਨ ਵਾਲੇ ਹਨ। ਬ੍ਰਹਮੇ ਕੀ ਰੱਖਿਆ ਨਿਮਿਤ ਮਾਧੋ ਕੇਟਤ ਕਿਆ ਛੇਦ। ਬ੍ਰਹਮਾ ਜੀ ਦੀ ਰੱਖਿਆ ਕਰਨ ਵਾਸਤੇ ਉਹ ਜਿਹੜਾ ਪਿੱਛੇ ਦੱਸਿਆ ਸੀ ਦੈਂਤ ਮਧ ਕੈਟਵ ਉਹਨੂੰ ਕੱਟਣਾ ਕੀਤਾ ਸੀਗਾ। ਮਧੂਸੂਦਨ ਤਾਈਓ ਨਾਮ ਰੱਖਿਆ ਤੁਹਾਡਾ।
ਘਰ ਕਲ ਲਸਕਰ ਅਗਨ ਜੋ ਧਰਮ ਰਾਏ ਸਿਕਦਾਰ। ਇਸ ਤਰ੍ਹਾਂ ਜਿਹੜਾ ਸਰਦਾਰ ਬਣਾਇਆ ਹੈ, ਸਿੱਖਦਾਰ ਧਰਮ ਰਾਜੇ ਨੂੰ ਬਣਾਇਆ। ਘਰ ਘਰ ਦੇ ਵਿੱਚ ਜਿਹੜਾ ਲਸ਼ਕਰ ਹੈ ਤੇਰਾ ਉਹ ਕਿਹੜਾ? ਅੱਗ। ਹਰੇਕ ਘਰ ਦੇ ਵਿੱਚ ਅੱਗ ਹੈ, ਇਹੀ ਪ੍ਰਮਾਤਮਾ ਦੀ ਫੌਜ ਹੈ। ਧਰਤੀ ਥਾਪੇ ਦੇਗ ਕਰ ਸਭ ਸਹਿ ਦੇਤ ਆਹਾਰ। ਧਰਤੀ ਜਿਹੜੀ ਆ ਉਹ ਬਣਾਈ ਹੈ ਲੰਗਰ, ਇਹਦੇ ਵਿੱਚ ਸਾਰੀ ਦੁਨੀਆ ਨੂੰ ਖਾਣ ਨੂੰ ਭੋਜਨ ਧਰਤੀ ਦਿੰਦੀ ਆ। ਸੋ ਧਰਤੀ ਦੇ ਵਿੱਚੋਂ ਹੀ ਸਾਰਾ ਕੁਝ ਪੈਦਾ ਹੁੰਦਾ ਹੈ। ਕਰਮ ਭੰਡਾਰੀ ਸੇ ਭਏ ਜਸ ਕਰਹੀ ਤਸ ਦੇਜ। ਹੁਣ ਜਿਵੇਂ ਕਰਮ ਜਿਹੜਾ ਉਹ ਲਾਂਗਰੀ ਬਣਾਤਾ ਇਹਦੇ 'ਚ, ਸੋ ਜਿਹਾ ਜਿਹਾ ਕੋਈ ਕਰਦਾ ਉਹੋ ਜਿਹਾ ਉਹਨੂੰ ਫਲ ਕਰਮਾਂ ਅਨੁਸਾਰ ਪਰਮੇਸ਼ਰ ਦਿੰਦੇ ਰਹਿੰਦੇ ਨੇ। ਤ੍ਰਿਸ਼ਨਾ ਮੈਂ ਮਨ ਬਿਗੜ ਕੈ ਸਦਾ ਖੁਆਰ ਰਹੇਜ। ਕਿਉਂਕਿ ਤ੍ਰਿਸ਼ਨਾ ਦੇ ਵਿੱਚ ਜਿਹੜਾ ਮਨ ਹੈ ਹਮੇਸ਼ਾ ਲੱਗ ਕੇ ਖੁਆਰ ਹੀ ਹੁੰਦਾ ਹੈ। ਬਿਨਾ ਸੰਤੋਖ ਤਮ ਬੰਦ ਮੈਂ ਔਗਣ ਪਾਪ ਕਰੰਤ। ਕਿਉਂਕਿ ਬਿਨਾ ਸੰਤੋਖ ਤੋਂ ਜਿਹੜਾ ਹੈ ਹਨੇਰੇ ਦੇ ਵਿੱਚ, ਹਨੇਰੇ ਦੀ ਕੈਦ ਦੇ ਵਿੱਚ ਨਾ ਇਹ ਬੰਦਾ ਦੁੱਖ ਹੀ ਪਾਉਂਦਾ ਹੈ। ਪਰ ਹੈ ਮੁਗਦਰ ਜਮ ਹੈ ਕਿ ਹੈ ਸਜਾਏ ਦੁਖਵੰਤ। ਫਿਰ ਜਦੋਂ ਜਮਦੂਤਾਂ ਦੇ ਡੰਡੇ ਪੈਂਦੇ ਨੇ, ਮੁਗਦਰ ਪੈਂਦੇ ਨੇ ਵੱਡੇ ਵੱਡੇ, ਉਦੋਂ ਫਿਰ ਬਹੁਤ ਭਾਰੀ ਸਜ਼ਾ ਦੀ ਪ੍ਰਾਪਤੀ ਕਰਦਾ ਹੈ ਇਹ। ਫਿਰਿਓ ਸਮਾ ਅਬ ਔਰ ਵਿਦਹ ਦੇਖਾ ਵਾਰੀ ਆਏ। ਹੁਣ ਜਿਹੜੀ ਸੀ ਮੁਸਲਮਾਨਾਂ ਦੀ ਇੱਕ ਕੌਮ ਹੈ, ਇਹਦੀ ਵਾਰੀ ਆਈ ਆ, ਹੁਣ ਹੋਰ ਸਮਾਂ ਫਿਰ ਗਿਆ ਕਹਿੰਦੇ। ਆਦ ਪੁਰਖ ਕੋ ਅੱਲਾਹ ਕਹੈ ਦੇਵਲ ਕਰ ਲਗਵਾਏ। ਆਦ ਪੁਰਖ ਨੂੰ ਅੱਲਾ ਕਹਿਤਾ ਇਹਨਾਂ ਨੇ, ਉਹ ਰਾਮ ਕਹਿੰਦੇ ਸੀ, ਇਹਨਾਂ ਨੇ ਅੱਲਾ ਕਹਿਤਾ ਤੇ ਮੰਦਰਾਂ ਤੇ ਟੈਕਸ ਲਾ ਦਿੱਤੇ ਨੇ। ਕੂਜਾ ਵਾਂਗ ਨਵਾਜ ਕੇ ਰੀਤ ਚਲਾਨੀ ਔਰ। ਕਹਿੰਦੇ ਫਿਰ ਕੂਜਾ ਜਿਹੜਾ ਕੂਜਾ ਸੀ, ਇਹ ਲੋਟਾ ਉਜ਼ੂ ਵਾਸਤੇ ਤੇ ਨਮਾਜ਼, ਇਹ ਸਾਰੀਆਂ ਚੀਜ਼ਾਂ ਦੀ ਰੀਤ ਹੋਰ ਹੀ ਚਲਾਤੀ ਇਹਨਾਂ ਨੇ ਆ ਕੇ। ਜੀਅਨ ਕੋ ਮੀਆਂ ਕਹੈ ਅਸ ਬੋਲੇ ਸਭ ਠੌਰ। ਇਹ ਜੀਆਂ ਨੂੰ ਮੀਆਂ ਕਹਿ ਕੇ ਬੁਲਾਉਂਦੇ ਸੰਸਾਰੀ ਜੀਵਾਂ ਨੂੰ, ਇਹ ਹੋਰ ਹੀ ਬੋਲੀ ਸ਼ੁਰੂ ਹੋਈ ਹੈ ਹੁਣ। ਨਿਰੰਕਾਰ ਕਰਤਾਰ ਅਬ ਹਵਾ ਬੈਠਿਓ ਇਸ ਅੰਗ। ਨਿਰੰਕਾਰ ਕਰਤਾਰ ਪਰਮੇਸ਼ਰ ਹੁਣ ਇਸ ਪੱਖ 'ਚ ਹੋ ਕੇ ਬੈਠ ਗਏ ਹਨ। ਐਸੇ ਕੁਦਰਤ ਕਿਸ ਵੇਖੈ ਕਰ ਹਟਾਏ ਤੁਮ ਸੰਗ। ਸੋ ਹੁਣ ਕਿਹਦੇ ਚਾਹੀ ਜੀ ਸ਼ਕਤੀ ਆ ਜਿਹੜਾ ਤੁਹਾਡੇ ਨਾਲੋਂ ਵੱਖ ਕਰ ਸਕੇ ਕਿਸੇ ਨੂੰ। ਇਸ ਢੰਗ ਨਾਲ ਤੁਹਾਡੀ ਸ਼ਕਤੀ, ਤੁਹਾਡੀ ਇੱਛਾ ਹੁੰਦੀ ਜਿੱਧਰ ਨੂੰ ਚਲਾ ਦਿਓ, ਸਭ ਕੁ ਉਧਰ ਨੂੰ ਚਲਾ ਦਿੰਦੇ ਹੋ। ਕਦੇ ਕਿਸੇ ਦਾ ਰਾਜ ਕਰਾ ਦਿੰਦੇ ਹੋ, ਕਦੇ ਕਿਸੇ ਦਾ ਕਰਾ ਦਿੰਦੇ ਹੋ। ਇਹ ਤੁਹਾਡੀ ਰਜਾ ਹੀ ਆ ਜੀ। ਮਿਲੇ ਦਿਹਾੜੀ ਮੋਹੇ ਕੋ ਚਲ ਆਇਓ ਤੁਮ ਪਾਸ। ਮੈਨੂੰ ਤਾਂ ਵਾਹਿਗੁਰੂ ਕੋਲੋਂ ਦਿਹਾੜੀ ਮਿਲਦੀ, ਬਸ ਮੈਨੂੰ ਤਾਂ ਉਹਦਾ ਹੁਕਮ ਹੈ ਕਿ ਜਾ ਬਈ ਥਾਂ ਥਾਂ ਨਾਮ ਜਪਾ ਸਾਡਾ। ਤੀਰਥ ਸਿਮਰਤ ਪੁੰਨ ਸਭ ਦੇਹੋ ਹਿੰਦਨ ਸੁਖ ਰਾਸ। ਜਿਹੜੇ ਹਿੰਦੂਆਂ ਦੇ ਤੀਰਥ ਨੇ, ਸਿਮਰਤੀਆਂ ਨੇ, ਪੁੰਨ ਨੇ, ਉਹਨਾਂ ਨੂੰ ਤਾਂ ਉਹਨਾਂ ਬਾਰੇ ਚਾਨਣ ਪਾਓ, ਉਹਨਾਂ ਨੂੰ ਵੀ ਸੁੱਖ ਮਿਲੇ। ਕਿਉਂਕਿ ਸਾਂਝਾ ਉਪਦੇਸ਼ ਕਰਨਾ ਅਸੀਂ ਹਿੰਦੂਆਂ ਨੂੰ ਉਧਰ ਸਮਝਾ ਕੇ ਆਏ ਹਾਂ, ਹਰਿਦੁਆਰ ਜਾ ਕੇ, ਕੁਰੂਕਸ਼ੇਤਰ ਜਾ ਕੇ ਵੀ ਨਾਮ ਜਪੋ। ਇੱਧਰ ਵੀ ਪ੍ਰਮਾਤਮਾ ਨੇ ਹੁਕਮ ਕੀਤਾ ਵੀ ਮੱਕੇ ਮਦੀਨੇ ਜਾ ਕੇ ਅੱਲਾ ਦੀ ਇਬਾਦਤ ਕਰਨ ਲਾਓ ਸਾਰਿਆਂ ਨੂੰ, ਸਾਰੀ ਦੁਨੀਆ ਨੂੰ ਨਾਮ ਜਪਾਉਣ ਆਏ ਆ ਅਸੀਂ। ਨਾਮ ਵਡਾਈ ਦੀਜੀਏ ਮੋਕੋ ਸ੍ਰੀ ਕਰਤਾਰ। ਹੇ ਕਰਤਾਰ ਜੀ, ਪਰਮੇਸ਼ਰ ਜੀ, ਸਾਨੂੰ ਤਾਂ ਸਾਰਿਆਂ ਨੂੰ ਨਾਮ ਦੀ ਵਡਿਆਈ ਬਖਸ਼ੋ। ਹਿੰਦਨ ਕੋ ਸਿਰ ਧਰਮ ਹਵੈ ਕਾਰਜ ਜਹੀ ਹਮਾਰ। ਹਿੰਦੂਆਂ ਦਾ ਧਰਮ ਜਿਹੜਾ ਹੈ ਉਹ ਮੁਸਲਮਾਨ ਖਰਾਬ ਕਰ ਰਹੇ ਨੇ। ਮੈਨੂੰ ਪਰਮੇਸ਼ਰ ਨੇ ਭੇਜਿਆ ਕਿ ਅਟਲ ਰਹੇ ਧਰਮ, ਔਰ ਇਸ ਕਰਕੇ ਹੀ ਮੈਨੂੰ ਸੰਸਾਰ ਅੰਦਰ ਭੇਜਿਆ ਕਿ ਕਿਸੇ ਦੇ ਧਰਮ ਵਿੱਚ ਦੂਜਾ ਬੰਦਾ ਦਾਖਲ ਨਾ ਦੇਵੇ। ਇਹ ਕੰਮ ਲਾ ਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਅਕਾਲ ਪੁਰਖ ਨੇ ਭੇਜਿਆ, ਤੇ ਇਹ ਸਾਰਿਆਂ ਦੇ ਵਿੱਚ ਇੱਕ ਵੱਖਰਾ ਵੀ ਚਲਾਉਣਾ। ਸੋ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆ ਦੇ ਅੰਦਰ ਖਾਲਸੇ ਨੂੰ ਤਾਂ ਸਾਰਿਆਂ ਦਾ ਵੱਡਾ ਬਣਾ ਕੇ ਥਾਪ ਦਿੱਤਾ ਕਿ ਸਾਰਿਆਂ ਨੂੰ ਨਾਮ ਤੁਸੀਂ ਜਪਾਉਣਾ। ਜਿਹੜੀ ਡਿਊਟੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਅਕਾਲ ਪੁਰਖ ਦੇ ਹੁਕਮ ਵਿੱਚ ਕਿ ਹਰੇਕ ਨੂੰ ਨਾਮ ਜਪਾਉਣਾ, ਬਈ ਸਹੀ ਉਹਨਾਂ ਨੂੰ ਗਾਈਡ ਕਰਿਆ ਕਰੋ ਸਾਰਿਆਂ ਨੂੰ, ਉਹ ਡਿਊਟੀ ਖਾਲਸੇ ਦੀ ਲਾਈ ਮਹਾਰਾਜ ਨੇ। ਇਸ ਪ੍ਰਕਾਰ ਕੋ ਸ਼ਬਦ ਸੁਨ ਮੱਕੇ ਵਾਸੀ ਲੋਕ। ਮੱਕੇ ਦੇ ਰਹਿਣ ਵਾਲੇ ਲੋਕ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ, ਹਾਜੀ ਇਹ ਮਤਵਾਨ ਵੱਡ ਭਾਖੈ ਦਰਸ ਵਿਲੋਕਾ। ਕਹਿੰਦੇ ਵੀ ਇਹ ਬੜੀ ਅਕਲ ਵਾਲਾ ਹਾਜੀ ਹੈ। ਸਾਰੇ ਜਾਣੇ ਲੋਕ ਉੱਥੇ ਕਹਿੰਦੇ ਵੀ ਇਹ ਬਹੁਤ ਸਿਆਣੇ ਨੇ, ਇਹਨਾਂ ਨੇ ਸਹੀ ਗੱਲ ਕੀਤੀ ਆ ਕੇ। ਸਿੱਧਾ ਆਨ ਚੜਾਵੇ ਕੇਤਕ ਕਰਹਿ ਸਲਾਮ। ਕਈ ਤਾਂ ਲਿਆ ਕੇ ਰਸਦ ਚੜਾਉਂਦੇ ਨੇ ਤੇ ਕਈ ਜਿਹੜੇ ਸਲਾਮ ਕਰਦੇ ਨੇ। ਵੈਸੇ ਸੋ ਜਸ ਵਖਾ ਨਹੀਂ ਹੈ ਵਿਸਾਲ ਗੁਣ ਧਾਮ। ਬੈਠ ਕਰਕੇ ਸ੍ਰੇਸ਼ਟ ਜਸ ਬਖਾਣਦੇ ਨੇ, ਕਥਨ ਕਰਦੇ ਨੇ, ਹੈ ਵਿਸਾਲ ਗੁਣ ਧਾਮ। ਗੁਰੂ ਨਾਨਕ ਦੇਵ ਜੀ ਨੂੰ ਸਾਰੇ ਜਾਣੇ ਕਹਿੰਦੇ ਨੇ ਇਹ ਗੁਣਾਂ ਦਾ ਖਜ਼ਾਨਾ ਨੇ, ਜਿਹੜੇ ਆਏ ਨੇ ਨਾ ਆਪਣੇ ਕੋਲ ਚੱਲ ਕਰਕੇ
ਸੋ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਰੇ ਜਾਣੇ ਆ ਕੇ ਉਸ ਥਾਂ ਦੇ ਉੱਤੇ ਮੱਥਾ ਟੇਕਦੇ ਨੇ। ਇਉਂ 57ਵਾਂ ਪ੍ਰਸੰਗ ਇੱਥੇ ਸੰਪੂਰਨ ਹੋਇਆ। ਮੱਕੇ ਦਾ ਪ੍ਰਸੰਗ, ਜੀਵਨ ਦਾ ਪ੍ਰਸੰਗ ਹਲੇ 58ਵੇਂ ਪ੍ਰਸੰਗ ਤੋਂ ਅੱਗੇ 59ਵਾਂ ਪ੍ਰਸੰਗ ਹੈ, ਫਿਰ 60ਵੇਂ ਤੱਕ ਜਾਣਾ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦਾ ਪ੍ਰਯੋਜਨ ਹੈ ਦੁਨੀਆ ਤੇ ਨਾਮ ਜਪਾਉਣਾ। ਜਦੋਂ ਜਦੋਂ ਧਰਮ ਦੀ ਮਰਿਆਦਾ ਵਿਗੜਦੀ ਸੰਸਾਰ ਦੇ ਵਿੱਚ ਪਰਮੇਸ਼ਰ ਆਪ ਆ ਜਾਂਦੇ ਨੇ ਜਾਂ ਕਿਸੇ ਅਵਤਾਰ ਨੂੰ ਭੇਜਣਾ। ਪਹਿਲਾਂ ਅਵਤਾਰ ਭੇਜਦੇ ਰਹੇ ਪਰ ਕਲਯੁਗ ਦੇ ਵਿੱਚ ਕੋਈ ਸੰਭਾਲ ਨਹੀਂ ਸਕਦਾ ਕਿ ਬਾਹਲਾ ਕੰਮ ਖਰਾਬ ਹੋਇਆ ਵੇ। ਇਸ ਕਰਕੇ ਸੱਚੇ ਪਾਤਸ਼ਾਹ ਆਪ ਚੱਲ ਕੇ ਆਏ ਤੇ ਦੁਨੀਆ ਵਿੱਚ ਸਾਰਿਆਂ ਨੂੰ ਕਿਹਾ ਵੀ ਦੇਖੋ ਦੂਜੇ ਦੇ ਧਰਮ ਵਿੱਚ ਦਖਲ ਨਾ ਦਿਓ, ਸਾਰੇ ਆਪੋ ਆਪਣਾ ਨਾਮ ਜਪੋ। ਅੱਲਾ ਵਾਲੇ ਅੱਲਾ ਜਪੋ, ਰਾਮ ਵਾਲੇ ਰਾਮ ਜਪੋ। ਗੁਰਸਿੱਖਾਂ ਨੂੰ ਵਾਹਿਗੁਰੂ ਜਪਾਇਆ ਵੀ ਇੱਕ ਦੂਜੇ ਨਾਲ ਝਗੜੇ ਨਾ ਕਰੋ, ਲੜੋ ਨਾ, ਤੇ ਪ੍ਰਮਾਤਮਾ ਦਾ ਨਾਮ ਲਓ ਸਾਰੇ ਜਾਣੇ। ਇਹ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਪਰਮੇਸ਼ਰ ਨੇ ਮੇਰੀ ਡਿਊਟੀ ਲਾ ਕੇ ਭੇਜਿਆ, ਮੇਰਾ ਪ੍ਰਯੋਜਨ ਹੈ ਕਿ ਮੈਂ ਸਾਰਿਆਂ ਦਾ ਭਲਾ ਕਰਨਾ, ਸਭ ਨੂੰ ਨਾਮ ਜਪਾਉਣਾ, ਹਰੇਕ ਨੂੰ ਚੰਗੇ ਪਾਸੇ ਲਾਉਣਾ ਹੀ ਗੁਰੂ ਨਾਨਕ ਦਾ ਕਾਰਜ ਹੈ।